तज सारंग परम तू भूला, तज सारंग ਭਰਮ ਤੂੰ ਭੂਲਾ, तज सारंग धर परम तू भूला। ਸਾਰੰਗ ਧਰ ਭਰਮ ਤੂੰ ਭੂਲਾ, मोहे लपटियो दसी संग सानत, ਮੋਹਿ ਲਪਟਿਓ ਦਾਸੀ ਸੰਗ ਸਾਨਤ, मोहे लपटियो दसी संग सानत। ਮੋਹਿ ਲਪਟਿਓ ਦਾਸੀ ਸੰਗ ਸਾਨਤ, रे नर रे नर रे नर ਰੇ ਨਰ ओ जी रे नर रे नर ਰੇ ਨਰ ਰੇ ਨਰ, ऐसी करे ए आनथ, ऐसी करे ਆਨਤ, ऐसी करे ए आनथ। ਐਸੀ ਕਰੇ ਆਨਤ, तरनी तर त्याग नीच कुल सेवै, ਕਰਣੀ ਧਰ ਤਿਆਗ ਨੀਚ ਕੁਲ ਸੇਵ ਹੈ, तरनी तर त्याग नीच कुल सेवै। ਕਰਣੀ ਧਰ ਤਿਆਗ ਨੀਚ ਕੁਲ ਸੇਵ ਹੈ, हा हा करत बिहावत, ਓ ਕਰਤ ਬਿਹਾਵਤ, हा हा करत बिहावत। ਓ ਕਰਤ ਬਿਹਾਵਤ, फोकट कर्म करे अज्ञानी, ਫੋਕਟ ਕਰਮ ਕਰੇ ਅਗਿਆਨੀ, फोकट कर्म करे अज्ञानी। ਫੋਕਟ ਕਰਮ ਕਰੇ ਅਗਿਆਨੀ, मन मुख अंध कहावत, ਮਨਮੁਖ ਅੰਧ ਕਹਾਵਤ, मन मुख अंध कहावत। ਮਨਮੁਖ ਅੰਧ ਕਹਾਵਤ, रे नर रे नर ਰੇ ਨਰ ਰੇ ਨਰ, ओ जी रे नर रे नर। ਰੇ ਨਰ ਰੇ ਨਰ, ऐसी करे ए आनथ, ਆਨਤ, ऐसी करे आनथ। ਆਨਤ, सत होता असत कर मानिया, सत होता असत कर मानिया। जो बिन सत सो नेह चल जानथ, पर की कौ अपनी कर पकरी। ऐसे फूल पनानथ, ऐसे फूल फुलानथ। खतरी ब्राह्मण शूद वैस, ਬ੍ਰਾਹਮਣ ਸੂਦ ਵੈਸ, खतरी ब्राह्मण शूद वैस। ਖੱਤਰੀ ਬ੍ਰਾਹਮਣ ਸੂਦ ਵੈਸ, सब एक नाम तरानथ, ਏਕ ਨਾਮ ਤਰਾਨਤ, ओ सब एक नाम तरानथ। ਏਕ ਨਾਮ ਤਰਾਨਤ, एको नाम हुक्म है, एको नाम हुक्म है, ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, एको नाम हुक्म है, एको नाम हुक्म है। ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ। ਵਾਹਿਗੁਰੂ 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 ਵਾਹਿਗੁਰੂ
ਇਸ ਲੜਾਈ ਨੂੰ ਜਿੱਥੇ ਤੁਸੀਂ ਲੜਿਆ ਤੁਹਾਨੂੰ ਬਲ ਬਖਸ਼ਿਆ। ਪਹਿਲੇ ਇਸ ਇਨਸਾਨੀ ਦੀ ਲੜਾਈਆਂ ਦੇ ਵਿੱਚ ਅਸੂਰਾਂ ਦੇ ਜਮਾਨਤਾਂ ਕਰਾਉਣ ਦੇ ਵਿੱਚ गुरवड भागी पाया ऐसा गुरवड भागी पाया। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। गुरवड भागी पाया ऐसा गुरवड भागी पाया। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ऐसा गुरवड भागी पाया। ਗੁਰਵਡ ਭਾਗੀ ਪਾਇਆ ऐसा गुरवड भागी पाया। ਐਸਾ ਗੁਰਵਡ ਭਾਗੀ ਪਾਇਆ। गुरवड भागी पाया। गुरवड भागी पाया। गुरवड भागी पाया ऐसा गुण दा चक्र फिराया। देव दानो राकश दैत सब चित गुप्त सब चरनी लाया। इंद्रासन अपक्षरा राग रागनी मंगल गाया। करो कृपा भया आनंद जगत विच भया आनंद जगत विच कल तारन गुरु नानक आया। कल तारन ਗੁਰੂ ਨਾਨਕ ਆਇਆ। गुरु नानक आया। गुरु नानक सतगुर मेरा सदा सदा। सतगुर मेरा सदा सदा ओह ना आवे ना जाए। ओह अबनासी पुरख है सब मैं रहया समाए। ओह अबनासी पुरख है सब मैं रहया समा। ਭੁੱਲ ਚੁੱਕਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਮਹਿੰਦਰ ਬਾਬੂ ਜੀ ਚੇਅਰਮੈਨ ਸੀਗਾ ਏਰੀਆ ਤੋਂ ਮਹਿੰਦਰ ਬਾਬੂ ਜੀ ਚੇਅਰਮੈਨ अल्लाह नाम है जमात प्रभजोत सिंह जी मने प्रभजोत सिंह जी बोले सोया एमएस मलिक जी एमएस मलिक जी
ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 552ਵੇਂ ਆਗਮਨ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਅੱਜ ਦੇ ਵਿਸ਼ੇਸ਼ ਸਮਾਗਮ ਜੋ ਅੰਮ੍ਰਿਤ ਵੇਲੇ ਤੋਂ 2:30 ਵਜੇ ਤੋਂ ਪ੍ਰਾਰੰਭ ਹੋ ਕੇ ਇਸ ਵਕਤ ਤੱਕ ਨਿਰੰਤਰ ਜਾਰੀ ਹੈ ਔਰ ਜੋ ਰਾਤ ਦੇ ਲਗਭਗ 12:15 ਵਜੇ ਤੱਕ ਇਹ ਗੁਰਮਤਿ ਸਮਾਗਮ ਇਸੇ ਤਰ੍ਹਾਂ ਚੱਲਣੇ ਹਨ। ਅੱਜ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਕੀਦਾ ਭੇਟ ਕਰਨ ਵਾਸਤੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਜਿੱਥੇ ਆਪ ਜੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੇ ਹੋ, ਉੱਥੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਸਾਧ ਸੰਗਤ ਆਪਣੇ ਘਰਾਂ ਤੋਂ ਇਸ ਸਾਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਰਾਹੀਂ ਚੜ੍ਹਦੀ ਕਲਾ ਟਾਈਮ ਟੀਵੀ, GSPS ਲਾਈਵ, ਗੁਰਦੁਆਰਾ ਬੰਗਲਾ ਸਾਹਿਬ ਜੀ ਦਾ ਜੋ ਫੇਸਬੁੱਕ ਪੇਜ ਹੈ, ਉਹਨਾਂ ਸਾਰਿਆਂ ਚੈਨਲਾਂ ਤੋਂ ਲਾਈਵ ਟੈਲੀਕਾਸਟ ਰਾਹੀਂ ਇੱਥੋਂ ਦੇ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਸਨ 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ, ਜੋ ਅੱਜ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਸਮੇਂ ਅਨਡਿਵਾਈਡਡ ਇੰਡੀਆ ਸੀ। ਹੁਣ ਪਾਕਿਸਤਾਨ ਦੇ ਵਿੱਚ ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਲੁਕਾਈ ਨੂੰ ਠਾਰਨ ਵਾਸਤੇ ਇਸ ਸੰਸਾਰ ਵਿੱਚ ਆਏ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਕਲ ਯੁਗ ਦੇ ਤਾਰਨਹਾਰ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਆਏ। ਬਚਪਨ ਤੋਂ ਹੀ ਗੁਰੂ ਸਾਹਿਬ ਨੇ ਜੋ ਜੋ ਸਿੱਖਿਆਵਾਂ ਦਿੱਤੀਆਂ, ਜਦੋਂ ਦਾਈ ਦੌਲਤਾਂ ਦੇ ਹੱਥ ਵਿੱਚ ਆਏ ਤੇ ਦੌਲਤਾਂ ਨੇ ਕਿਹਾ ਕਿ ਅੱਲਾ ਦਾ ਰੂਪ ਆਪ ਆਇਆ ਹੈ। ਜਦੋਂ ਗੁਰੂ ਸਾਹਿਬ ਨੂੰ ਪਾਂਦੇ ਕੋਲ ਪੜ੍ਹਨੇ ਪਾਇਆ ਤੇ ਗੁਰੂ ਸਾਹਿਬ ਨੇ ਕਿਹਾ ਅਲਫ ਅੱਲਾ ਨੂੰ ਯਾਦ ਕਰ। ਗੁਰੂ ਸਾਹਿਬ ਨੇ ਆਪ ਇਹ ਸਾਰੀਆਂ ਸਿੱਖਿਆਵਾਂ ਦਿੱਤੀਆਂ। 9 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੂ ਸਾਹਿਬ ਨੂੰ ਜਨੇਊ ਦੀ ਰਸਮ ਪਰਵਾਰ ਕਰਨ ਲੱਗਾ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਪੰਡਤ ਜੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਾਈਤਾ ਭਾਂਡੇ ਘਤ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੋਕਾਈ ਨੂੰ, ਮਨੁੱਖਤਾ ਨੂੰ ਸਮਝਾਉਣਾ ਕੀਤਾ ਕਿ ਰੱਬ ਦੀ ਪ੍ਰਾਪਤੀ ਜਿਹੜੀ ਹੈ ਉਹ ਕਰਮ ਕਾਂਡ ਕਰਕੇ ਨਹੀਂ ਮਿਲ ਸਕਦੀ। ਜੇ ਹਰਿਦੁਆਰ ਗਏ, ਉੱਥੇ ਪੰਡਤਾਂ ਨੂੰ ਇਹ ਦੱਸਿਆ ਕਿ ਸੂਰਜ ਨੂੰ ਔਰ ਪੁਰਖਿਆਂ ਨੂੰ ਪਾਣੀ ਇਦਾਂ ਨਹੀਂ ਪਹੁੰਚਦਾ। ਜੇ ਤੁਹਾਡਾ ਪਾਣੀ ਹਜ਼ਾਰਾਂ ਲੱਖਾਂ ਮੀਲ ਤੱਕ ਪਹੁੰਚ ਸਕਦਾ ਹੈ ਤੇ ਮੇਰਾ ਪੰਜਾਬ ਮੇਰੇ ਖੇਤਾਂ ਨੂੰ ਵੀ ਜਾ ਸਕਦਾ ਹੈ। ਗੁਰੂ ਸਾਹਿਬ ਨੇ ਜਿਹੜੀ ਲੰਗਰ ਦੀ ਪ੍ਰਥਾ ਚਲਾਈ, ਅੱਜ ਤੱਕ ਉਸ ਸੰਸਾਰ ਭਰ ਦੇ ਵਿੱਚ ਸਿੱਖ ਕੌਮ ਉਸ ਲੰਗਰ ਦੀ ਪ੍ਰਥਾ ਦੇ ਵਿੱਚ ਸਭ ਤੋਂ ਸਰਵਪ੍ਰਥਮ ਔਰ ਸਰਵਸ਼੍ਰੇਸ਼ਟ ਆਂਦੀ ਹੈ। ਸੰਸਾਰ ਭਰ ਦੇ ਵਿੱਚ ਕਿਤੇ ਵੀ ਕੋਈ ਵਿਪਦਾ ਆਈ, ਗੁਰੂ ਨਾਨਕ ਦਾ ਸਿੱਖ ਸਭ ਤੋਂ ਪਹਿਲਾਂ ਖੜਾ ਹੋ ਕੇ ਉਸ ਵਿਪਦਾ ਦੇ ਵਿੱਚ ਮਨੁੱਖਤਾ ਲਈ ਅੱਗੇ ਆਇਆ। ਭਾਵੇਂ ਪਿਛਲੇ ਦਿਨੀ ਜੋ ਸਨ 2020 ਤੋਂ ਇੰਡੀਆ ਦੇ ਵਿੱਚ ਕਰੋਨਾ ਆਇਆ, ਦਸੰਬਰ 2019 ਦੇ ਵਿੱਚ ਬਾਹਰੋਂ ਆਇਆ ਔਰ ਇੰਡੀਆ ਦੇ ਵਿੱਚ 2020 ਤੋਂ ਪ੍ਰਾਰੰਭ ਹੋਇਆ ਔਰ ਸਾਰੇ ਵਰਲਡ ਦੇ ਵਿੱਚ ਫੈਲਿਆ। ਉਸ ਦੇ ਵਿੱਚ ਕੋਵਿਡ ਦੇ ਦੌਰਾਨ ਜੋ ਸੇਵਾਵਾਂ ਸਿੱਖ ਕੌਮ ਨੇ ਕੀਤੀਆਂ, ਸਭਾ ਸੁਸਾਇਟੀਆਂ, ਗੁਰਦੁਆਰਾ ਸਾਹਿਬਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੇ ਪੱਧਰ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ, ਦੇਸ਼ਾਂ ਵਿੱਚ ਵਸਦੀਆਂ ਸੰਗਤਾਂ, ਵਿਦੇਸ਼ਾਂ 'ਚ ਵਸਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾਵਾਂ ਕੀਤੀਆਂ। ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਦਵਾਈਆਂ ਦੀਆਂ ਸੇਵਾਵਾਂ ਕੀਤੀਆਂ। ਸਾਰੀਆਂ ਸੇਵਾਵਾਂ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕਰਕੇ ਦਿੱਤੀਆਂ। ਗੁਰੂ ਸਾਹਿਬ ਨੇ ਹਮੇਸ਼ਾ ਹੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਇਹ ਸਮਝਾਉਣਾ ਕੀਤਾ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਕਿਸ ਤਰ੍ਹਾਂ ਲੈਣਾ ਹੈ, ਉਸ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ। ਗੁਰੂ ਸਾਹਿਬ ਨੇ 4 ਉਦਾਸੀਆਂ ਕੀਤੀਆਂ। ਸੋ ਐਸੇ ਦੀਨ ਦਿਆਲ
ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅੰਤ ਵਧਾਈਆਂ। ਨਾਲ ਹੀ ਬਹੁਤ ਵੱਡੀ ਵਧਾਈ ਸਰਬਤ ਸਾਧ ਸੰਗਤ ਨੂੰ, ਜੋ ਭਾਵੇਂ ਮਜਬੂਰੀ ਵਸ ਹੋ ਕੇ, ਕਿਉਂਕਿ 1 ਸਾਲ ਪੂਰਾ ਹੋ ਗਿਆ ਸੀ ਉਹਨਾਂ ਕਿਸਾਨ ਵੀਰਾਂ ਨੂੰ ਜਿਹੜੇ ਬਾਰਡਰਾਂ ਤੇ ਬੈਠੇ ਸਨ, ਉਹ ਕੇਵਲ ਆਪਣੇ ਵਾਸਤੇ ਨਹੀਂ, ਤੁਹਾਡੇ ਵਾਸਤੇ, ਸਾਡੇ ਵਾਸਤੇ, ਸਾਰੇ ਭਾਰਤ ਵਰਸ਼ ਵਾਸਤੇ ਉਹ ਬਾਰਡਰਾਂ ਤੇ ਉਹਨਾਂ ਨੇ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੀ, ਸਰਦੀ ਨਹੀਂ ਦੇਖੀ, ਗਰਮੀ ਨਹੀਂ ਦੇਖੀ, ਬਰਸਾਤ ਨਹੀਂ ਦੇਖੀ, ਉਹ ਬਾਰਡਰਾਂ ਤੇ ਡਟੇ ਰਹੇ, ਦਿੱਲੀ ਦੇ ਬਾਰਡਰਾਂ ਤੇ ਡਟੇ। ਤੇ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ, ਉਹਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਵਾਲੇ ਦਿਨ ਅੱਜ ਸਰਕਾਰ ਨੂੰ ਝੁਕਣਾ ਪਿਆ, ਸਰਕਾਰ ਨੂੰ ਉਹ ਫੈਸਲਾ ਜਿਹੜਾ ਹੈ ਉਹ ਵਾਪਸ ਲੈਣਾ ਪਿਆ। ਇਸ ਗੱਲ ਦੀ ਵੀ ਬਹੁਤ ਵਧਾਈ ਹੈ ਸਮੂਹ ਭਾਰਤ ਵਰਸ਼ ਨੂੰ, ਕਿਉਂਕਿ ਇਹ ਅੰਦੋਲਨ ਇਕੱਲੇ ਕਿਸੇ ਇੱਕ ਫਿਰਕੇ ਦਾ ਨਹੀਂ ਸੀ, ਕਿਸੇ ਇੱਕ ਧਰਮ ਦਾ ਨਹੀਂ ਸੀ, ਇਹ ਸਮੂਹ ਭਾਰਤ ਵਰਸ਼ ਵਿੱਚ ਵਸਦੇ ਹੋਏ ਲੋਕਾਂ ਦਾ ਸੀ, ਜਿਹੜਾ ਇੰਟਰਨੈਸ਼ਨਲ ਵੀ ਇਸ ਮੁਹਿੰਮ ਨੂੰ ਬਹੁਤ ਬਲ ਮਿਲਿਆ। ਭਾਵੇਂ ਸਰਕਾਰ ਨੇ ਮੌਖਿਕ ਰੂਪ ਤੇ ਉਹਨੂੰ ਮੰਨ ਲਿਆ ਹੈ, ਪਰ ਕਿਸਾਨ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਪਾਰਲੀਮੈਂਟ ਵਿੱਚ ਜਦੋਂ ਤੱਕ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਤੱਕ ਅਸੀਂ ਆਪਣੇ ਘਰਾਂ ਨੂੰ ਨਹੀਂ ਮੁੜਾਂਗੇ। ਸਰਕਾਰ ਨੇ ਭਾਵੇਂ ਬਹੁਤ ਜ਼ੋਰ ਲਾਇਆ, ਅਖੀਰ ਸਰਕਾਰਾਂ ਨੂੰ ਝੁਕਣਾ ਪਿਆ। ਇਹ ਗੁਰੂ ਸਾਹਿਬ ਦੀ ਬਖਸ਼ਿਸ਼, ਤਾਂ ਵੀ ਧੰਨਵਾਦ ਸਰਕਾਰਾਂ ਦਾ ਕਿ ਇਹ ਸਰਕਾਰ ਨੇ ਮੰਨਿਆ। ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੇ ਸੀ, ਪਰ ਅਸੀਂ ਉਹਨਾਂ ਨੂੰ ਸਮਝਾ ਨਹੀਂ ਪਾਏ, ਸਾਡੇ ਵਿੱਚ ਇਹ ਕਮੀਆਂ ਸਨ। ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਹੋਏ। ਇਸ ਗੱਲ ਦੀ ਵੀ ਸਰਬਤ ਸਾਧ ਸੰਗਤ ਨੂੰ ਬੇਅੰਤ ਵਧਾਈਆਂ। ਅਤੇ ਨਾਲ ਹੀ ਵਧਾਈਆਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਖੀਰਲੇ ਸਮੇਂ ਦੇ ਉਸ ਸਥਾਨ ਦੇ ਲਾਂਘੇ ਦੇ ਖੁੱਲਣ ਦੀਆਂ, ਜੋ ਕਰਤਾਰਪੁਰ ਕੋਰੀਡੋਰ, ਉਹ ਵੀ ਸਰਕਾਰ ਨੇ ਜਿਹੜਾ ਪਿਛਲੇ ਦਿਨੀ ਖੋਲਿਆ, ਉਹਦੀਆਂ ਵੀ ਬੇਅੰਤ ਵਧਾਈਆਂ ਆਪ ਸਾਰਿਆਂ ਨੂੰ, ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਸਭ ਤੇ ਵੱਡਾ, ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਸਾਰਿਆਂ ਨੂੰ, ਸਮੂਹ ਸੰਸਾਰ ਨੂੰ ਬਹੁਤ ਵਧਾਈਆਂ, ਬਹੁਤ ਹੀ ਧੰਨਵਾਦ। ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਲਗਭਗ 1 ਘੰਟੇ ਵਾਸਤੇ ਨਿਹਾਲ ਕਰਨਗੇ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਭਾਈ ਸਾਹਿਬ ਜੀ ਬਹੁਤ ਹੀ ਵੱਡੀਆਂ ਸਟੇਜਾਂ ਤੇ, ਹਰ ਜਗ੍ਹਾ ਤੇ ਹਰ ਜਸ ਸਰਵਣ ਕਰਵਾਉਂਦੇ ਹਨ। ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ। ਸੱਚੇ ਪਾਤਸ਼ਾਹ ਹੋਰ ਚੜ੍ਹਦੀ ਕਲਾ ਬਖਸ਼ੇ। ਨਾਲ ਹੀ ਮੈਂ ਜੀਆਂ ਆਇਆਂ ਨੂੰ ਆਖਦਾ ਹਾਂ, ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਤੋਂ ਵਰਸਾਏ ਹੋਏ ਬਾਬਾ ਬਚਨ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਸਹਿਯੋਗੀਆਂ ਨੂੰ, ਉਹ ਵੀ ਸੰਗਤਾਂ ਦੇ ਵਿੱਚ ਦਰਸ਼ਨ ਕਰ ਰਹੇ ਨੇ। ਨਾਲ ਹੀ ਮੈਂ ਬੇਨਤੀ ਕਰਾਂਗਾ ਆਪਣੇ ਵੱਡੇ ਵੀਰ ਸਰਦਾਰ ਕਰਮਜੀਤ ਸਿੰਘ ਜੀ, ਕਰਮਸਾਰ ਜੀ ਨੂੰ, ਕਿ ਉਹ ਅਗਲੀ ਸਟੇਜ ਦੀ ਜਿਹੜੀ ਕਾਰਵਾਈ ਹੈ ਉਹ ਵੀ ਚਲਾਣਗੇ, ਸਟੇਜ ਸੰਭਾਲਣਗੇ। ਮੈਂ ਬੜੇ ਸਤਿਕਾਰ ਸਹਿਤ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਨੂੰ ਬੇਨਤੀ ਕਰ ਰਿਹਾ, ਉਹ ਗੁਰਬਾਣੀ ਕੀਰਤਨ ਰਾਹੀਂ ਆਪ ਸਭ ਜੇ ਤਨ ਨੂੰ ਲਿਆਇਓ ਸੰਗਤ ਵਿੱਚ ਤਾਂ ਮਨ ਜੋੜੋ ਗੁਰੂ ਦੇ ਸ਼ਬਦ ਵਿੱਚ। ਸਾਰੇ ਮਿਲ ਕੇ ਆਖੋ, ਆਓ ਸਜਣਾ ਹੋ ਦੇਖਾ ਦਰਸ਼ਨ ਤੇਰਾ, ਹੋ ਦੇਖਾ ਦਰਸ਼ਨ ਤੇਰਾ ਰਾਮ। ਆਓ ਸਜਣਾ, ਆਓ ਸਜਣਾ, ਹੋ ਦੇਖਾ ਦਰਸ਼ਨ ਦਰਸ਼ਨ ਤੇਰਾ ਰਾਮ। ਆਓ ਸਜਣਾ, ਆਓ ਸਜਣਾ।
घर अपने खड़ी तका मैं मन चौक नेरा घर अपने खड़ी तका मैं मन चौक नेरा सजना आओ सजना हो देख दर्शन तेरा देख दर्शन तेरा आओ सजना आओ सजना मन चाहो कनेरा सुन प्रभ मेरा मैं तेरा परवासा मन चाहो कनेरा सुन प्रभ मेरा मैं तेरा परवासा मैं तेरा परवासा आओ सजना आओ सजना हो देखा दर्शन तेरा देखा दर्शन तेरा राम आओ सजना सजना दर्शन मन चाहो कनेरा सुन प्रभ मेरा मैं तेरा परवासा दर्शन देख पई न केवल जन्म मरण दुख नासा जन्म मरण दुख नासा आओ सजना आओ सजना हो देख दर्शन तेरा देख दर्शन तेरा राम आओ सजना सजना सगली ज्योत जाता तू सोई मिलया पाए सुभाए सगली ज्योत जाता तू सोई मिलया पाए सुभाए नानक साजन को बल जाए साच मिले कर आए साच मिले कर आए साच मिले कर
ਵਾਰੀ ਆਏ ਆਓ ਸਜਣਾ ਆਓ ਸਜਣਾ ਹੋ ਦੇਖਾਂ ਦਰਸ਼ਨ ਤੇਰਾ ਦੇਖਾਂ ਦਰਸ਼ਨ ਤੇਰਾ ਜਪ ਦੇਖਾਂ ਦਰਸ਼ਨ ਤੇਰਾ ਦੇਖਾਂ ਦਰਸ਼ਨ ਤੇਰਾ ਰਾਮ ਆਓ ਸਜਣਾ ਸਤਿਆ ਸਾਧ ਸੰਗਤ ਜੀ ਇੱਕ ਵਾਰੀ ਸਾਰੇ ਇਕੱਠੇ ਮਿਲ ਕੇ ਬੋਲੇ ਸੋਹਣੇ ਹਾਲ ਵੀ ਆਖੋ ਤੇ ਸਤਿ ਸ੍ਰੀ ਅਕਾਲ ਵੀ ਇਕੱਠਾ ਇੱਕ ਵਾਰੀ ਸਾਰੇ ਆਖੋ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ। ਜਦੋਂ ਆ ਇੱਕ ਉਂਗਲ ਹੋਵੇ ਨਾ ਇਹਨੂੰ ਕੋਈ ਵੀ ਮਰੋੜ ਸਕਦਾ ਹੈ, ਪਰ ਜਦੋਂ ਇਹ ਪੰਜਾਂ ਇਕੱਠੀਆਂ ਹੋ ਜਾਣ ਤਾਂ ਕੁਸੰਡ ਬਣ ਜਾਂਦਾ ਹੈ। ਇੱਕ ਇੱਕ ਵੱਖਰਾ ਵੱਖਰਾ ਬੋਲੋਗੇ ਕੋਈ ਗੱਲ ਕਿਸੇ ਦੇ ਤੱਕ ਨਹੀਂ ਪਹੁੰਚਣੀ, ਪਰ ਜੇ ਸਾਰੇ ਇੱਕ ਮੁੱਠ ਹੋ ਕੇ ਬੋਲੋਗੇ ਨਾ ਤੇ ਸਾਧ ਸੰਗਤ ਅੱਗੇ ਸਰਕਾਰਾਂ ਵੀ ਹਿੱਲ ਜਾਂਦੀਆਂ ਤੇ ਕਹਿੰਦੇ ਪਏ ਹਿੱਲ ਹੀ ਗਈਆਂ। ਸਾਡੇ ਪ੍ਰਧਾਨ ਸਾਹਿਬ ਕਹਿ ਰਹੇ ਨੇ, ਪਰ ਇਹ ਸੱਚ ਜਾਣਨਾ ਇਹ ਅੱਜ ਜੋ ਤੁਹਾਡੀ ਮੇਰੇ ਵੀਰ ਕਹਿ ਰਹੇ ਸਨ ਕਿ ਇਹ ਬਿੱਲ ਵਾਪਸ ਹੋ ਗਏ, ਇਹ ਸਰਕਾਰ ਨਹੀਂ ਚੁੱਕੀ, ਇਹ ਖਾਲਸੇ ਪੰਥ ਦੀ ਅਰਦਾਸ ਕਬੂਲ ਹੋਈ ਹੈ। ਕਿਉਂਕਿ ਖਾਲਸਾ ਪੰਥ ਕਦੇ ਵੀ ਕਿਸੇ ਨੂੰ ਆਪਣੇ ਅੱਗੇ ਨਹੀਂ ਝੁਕਾਉਂਦਾ, ਉਹ ਸਾਰਿਆਂ ਨੂੰ ਗੱਲ ਨਾਲ ਲਾਉਂਦਾ ਹੈ। ਇਹ ਜਿਹੜੀ ਸੰਗਤ ਦੀ ਅਰਦਾਸ ਹੈ, ਖਾਲਸੇ ਪੰਥ ਦੀ ਅਰਦਾਸ ਹੈ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕਿਤਨੇ ਸਮੇਂ ਤੋਂ ਹੋ ਰਹੀ ਸੀ, ਦਿਨ ਰਾਤ। ਤੇ ਮੇਰੇ ਸਤਿਗੁਰੂ ਜੀ ਨੇ ਅੱਜ ਗੁਰੂ ਨਾਨਕ ਸਾਹਿਬ ਜਦੋਂ ਆਏ ਨਾ, ਕਿਸੇ ਵੱਡੇ ਦਾ ਦਿਹਾੜਾ ਹੋਵੇ ਨਾ, ਕਿਸੇ ਰਾਸ਼ਟਰਪਤੀ ਦਾ, ਤੇ ਉਸ ਦਿਨ ਜਿਤਨੇ ਵੀ ਵੱਡੇ ਵੱਡੇ ਮੁਜਲਮ ਹੁੰਦੇ ਨਾ ਜੇਲ੍ਹ ਵਿੱਚ ਪਿਆ, ਉਹਨਾਂ ਦੀ ਕੈਦ ਮਾਫ ਹੋ ਜਾਂਦੀ ਹੈ। ਉਚਾਰਨ ਕਰੋ ਸ੍ਰੀ। ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਤਾਂ ਆਪਣੇ ਸਿੱਖਾਂ ਪਿਆਰਿਆਂ ਨੂੰ ਕੋਈ ਨਾ ਕੋਈ ਤੋਹਫਾ ਤਾਂ ਦੇਣਾ ਹੀ ਸੀ ਨਾ ਉਹਨਾਂ ਨੇ। ਇਹ ਕਿਰਪਾ ਗੁਰੂ ਨਾਨਕ ਦੀ ਹੈ। ਇੱਕ ਵਾਰੀ ਸਾਰੇ ਮਿਲ ਕੇ ਆਖਿਓ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਆਖੋ ਗੁਰੂ ਨਾਨਕ ਕੀ ਵਡਿਆਈ, ਜਪੋ ਗੁਰੂ ਨਾਨਕ ਕੀ ਵਡਿਆਈ। ਵਾਹ ਵਾਹ, ਗੁਰੂ ਨਾਨਕ ਕੀ ਵਡਿਆਈ। ਅੱਜ ਤਾਂ ਰਕਾਬਗੰਜ ਸਾਹਿਬ, ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਇਵੇਂ ਲੱਗ ਰਿਹਾ ਜਿਵੇਂ ਨਨਕਾਣਾ ਸਾਹਿਬ ਇੱਥੇ ਹੀ ਬਣ ਗਿਆ ਹੈ। ਤਕਰੀਬਨ 2 ਸਾਲਾਂ ਬਾਅਦ ਇੱਥੇ ਸਮਾਗਮ ਹੋ ਰਿਹਾ। ਪ੍ਰਧਾਨ ਸਾਹਿਬ ਬੈਠੇ ਹਨ, ਸਾਧ ਸੰਗਤ ਜੀ 2 ਸਾਲ। ਔਰ ਕਮਾਲ ਦੀ ਇੱਥੇ ਸੇਵਾ ਜਿਹੜੀ ਹੋਈ ਹੈ ਕੋਵਿਡ ਦੇ ਮਰੀਜ਼ਾਂ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਕਿਹੜੀ ਬਖਸ਼ਿਸ਼। ਜਿਹੜਾ ਵੀ ਇੱਥੇ ਆਇਆ ਉਹ ਰਾਜੀ ਹੋ ਕੇ ਗਿਆ। ਆਖੋ ਸ੍ਰੀ। ਕਿਹੜੀ ਵੱਡੀ ਬਖਸ਼ਿਸ਼ ਹੈ ਇਸ ਦਰ ਦੀ, ਗੁਰੂ ਨਾਨਕ ਦੇ ਦਰਬਾਰ ਦੀ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੇ ਤਾਏ, ਸਭ ਥਾਈਂ ਹੋਏ ਸਾਰੇ। ਤੇ ਆਓ ਅੱਜ ਬਿਰਤੀਆਂ ਲੈ ਚਲੋ ਨਨਕਾਣਾ ਸਾਹਿਬ। ਅਸੀਂ ਉੱਥੇ ਭਾਵੇਂ ਸਰੀਰ ਕਰਕੇ ਨਹੀਂ ਜਾ ਸਕਦੇ, ਮਨ ਤਾਂ ਸਾਡੇ ਗੁਰੂ ਨਾਨਕ ਦੇ ਚਰਨਾਂ ਵਿੱਚ ਹਨ। ਕੱਤਕ ਦੀ ਪੂਰਨਮਾਸ਼ੀ, ਮੇਲਾ ਨਨਕਾਣੇ ਦਾ। ਆਖੋ ਸ੍ਰੀ। ਆ ਜਿਹੜੇ ਬਜ਼ੁਰਗ ਗਏ ਨੇ ਉੱਥੋਂ ਆਏ ਨੇ, ਉਹਨਾਂ ਨੂੰ ਪਤਾ ਹੈ ਉਹ ਕਿਆ ਸਮਾਂ ਹੁੰਦਾ ਸੀ। ਆਓ 5-7 ਮਿੰਟ 10 ਮਿੰਟ ਜਿਹੜੇ ਬਾਕੀ ਨੇ ਸ਼ਬਦ ਦੀ ਹਾਜ਼ਰੀ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਤੁਸੀਂ ਪਿਆਰ ਨਾਲ ਸਰਵਨ ਕਰਿਓ।
ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਪਿਆਰਿਆ ਤੂੰ ਨਿਤਨੇਮ ਨਾ ਛੱਡੀ, ਗੁਰੂ ਨਾਨਕ ਸਾਹਿਬ ਤੇਰੀ ਬਾਂਹ ਕਦੀ ਨਹੀਂ ਛੱਡਣਗੇ। ਅੱਜ ਜਿਹੜੀਆਂ ਮੁਸ਼ਕਲਾਂ ਆਈਆਂ ਵੀ ਹੋਈਆਂ ਤੇ ਆਪ ਕਿਹਾ ਕਰਦੇ ਸਨ, ਜੇ ਕੋਈ ਮੁਸ਼ਕਲ ਦਾ ਸਮਾਂ ਆ ਗਿਆ ਤਾਂ ਨਿਤਨੇਮ ਵਧਾ ਦਿਓ। ਜਿਵੇਂ ਜਿਵੇਂ ਨਿਤਨੇਮ ਤੁਹਾਡਾ ਵਧੇਗਾ, ਤੁਹਾਡੀ ਔਖੀ ਘੜੀ ਕੱਟ ਜਾਏਗੀ। ਆਖੋ ਸ੍ਰੀ। ਆਓ ਪਿਆਰ ਦੇ ਨਾਲ ਸਾਰੇ ਮਿਲ ਕੇ। तुझ बिन और न जाना मेरे साहिबा, गुण गावा नित तेरे, तुझ बिन और। सारे जपो। न जाना मेरे साहिबा, नानक तो बिना कोई नहीं साडा। सगे अरदास साहिबा 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 मेरे साहिबा 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 मेरे साहिबा 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 मेरे साहिबा। कलंदर हटी तीरथ नावा, एक शब्द मेरे प्राण बसत है बौड़ जन्म नावा। एक शब्द मेरे प्राण बसत है बौड़ जन्म नावा। साहिबा 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 मेरे साहिबा। जब साहिबा तेरो अरदास साहिबा मेरे साहिबा। तुझ बिन और न जाना मेरे साहिबा, गुण गावा नित तेरे, तुझ बिन और न जाना मेरे साहिबा नित तेरे। मन पे दिया दयाल सेती मेरी माई, मन पे दिया सेती मेरी माई। कौन जाने पीर पराई, कौन जाने हम नाही चिंत पराई, हम नाही चिंत पराई, हम नाही चिंत पराई, हम नाही चिंत पराई। साहिबा 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 मेरे साहिबा साहिबा साहिबा। धन गुरु नानक साहब जी
गोचर अलख अपारा, चिंता करो हमारी। अगम अगोचर अलख अपारा, चिंता करो हमारी। जल हल मैयल पर मुरलीना, घट घट जोत तुम्हारी। जल थल मैयल पर मुरलीना, घट घट जोत तुम्हारी। सागे बा सागे बा सागे बा मेरे साहिबा। साहिबा मेरे साहिबा। सिख मत सब बुत तुम्हारी, मंदिर छावा तेरे। सिख मत सब बुत तुम्हारी, मंदिर छावा तेरे। तुझ बिन अवर न जाना मेरे साहिबा, गुण गावा नित तेरे। तुझ बिन अवर न जाना मेरे साहिबा, गुण गावा नित तेरे। सागे बा सागे बा सागे बा मेरे सागे बा। सागे बा मेरे सागे बा। जी जंत सब शरण तुम्हारी, सर्ब चिंत तुद पासे। जी जंत सब शरण तुम्हारी, सर्ब चिंत तुद पासे। जो तुद पावे सोई चंगा, एक नानक की अरदासे। जो तुद पावे सोई चंगा, एक नानक की अरदासे। सागे बा सागे बा सागे बा मेरे सागे बा। तुझ बिन अवर न जाना मेरे साहिबा, गुण गावा नित तेरे। तुझ बिन अवर न जाना मेरे साहिबा। वाहेगुरु 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 वाहेगुरु। लाओ हाजरियां। वाहेगुरु 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 वाहेगुरु। जुड़ जाओ। वाहेगुरु 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 वाहेगुरु।
हरि कृष्ण ध्याई है, श्री हरि कृष्ण ध्याई है। जिस डिठ सब दुख जाए, जिस डिठ सब दुख जाए, तेग बहादुर सिमरिए, तेग बहादुर सिमरिए। करनो नित आवे ताए, सब थाई होए सहाय, श्री हरि कृष्ण ध्याई है, श्री हरि कृष्ण ध्याई है। सतगुਰਾਂ ਦਾ ਕੋਟਾਨਕੋਟ ਸ਼ੁਕਰਾਨਾ। ਮੇਰਾ ਜੰਮਪਲ ਦਿੱਲੀ ਤੋਂ ਹੈ। ਪੰਜਾਬ ਦੇ ਨਾਲ ਮੇਰਾ ਸਿਰਫ ਤੇ ਸਿਰਫ ਗੁਰੂਆਂ ਦਾ ਨਾਤਾ ਹੈ, ਹੋਰ ਕੋਈ ਨਾਤਾ ਨਹੀਂ। ਦਿੱਲੀ ਵਿੱਚ ਪੈਦਾ ਹੋਏ ਬੰਦੇ ਨੂੰ ਕਿਸਾਨੀ ਦੇ ਨਾਲ ਕੋਈ ਨਾਤਾ ਨਹੀਂ ਹੈ, ਮਗਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਕਰਕੇ ਅਸੀਂ ਸਾਰੇ ਇਸ ਖੇਤੀ ਦੇ ਨਾਲ ਜੁੜੇ ਹਾਂ, ਇਸ ਕਿਸਾਨੀ ਦੇ ਨਾਲ ਜੁੜੇ ਹਾਂ। ਔਰ ਅੱਜ ਬਹੁਤ ਵੱਡਾ ਜਿਹੜਾ ਇੱਕ ਫੈਸਲਾ ਦੇਸ਼ ਦੀ ਹਕੂਮਤ ਨੇ ਲਿਆ, ਜਿਹੜੇ ਕਾਲੇ ਕਾਨੂੰਨ ਪਾਸ ਕੀਤੇ, ਇਹ ਸੱਚ ਜਾਣਿਓ ਵਾਕਈ ਸਮੁੱਚੇ ਸਿੱਖ ਪੰਥ ਲਈ ਖਾਸ ਤੌਰ ਤੇ ਮੈਂ ਕਹਿ ਸਕਦਾ, ਜਿੱਥੇ ਸਾਡੇ ਕਿਸਾਨ ਵੀਰਾਂ ਦੇ ਲਈ ਖੁਸ਼ੀ ਦੀ ਗੱਲ ਹੈ, ਖਾਸ ਤੌਰ ਤੇ ਮੈਂ ਸਿੱਖ ਪੰਥ ਲਈ ਕਹਿ ਸਕਦਾ, ਕਿਉਂਕਿ ਇਸ ਪੰਥ ਦੇ ਵਿੱਚ ਦੋ ਫਾੜ ਕਰਨ ਵਾਸਤੇ ਜਿਸ ਤਰੀਕੇ ਦੇ ਏਜੰਸੀਆਂ ਕੰਮ ਕਰ ਰਹੀਆਂ ਸੀ, ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਗੱਲ ਕੀਤੀ ਜਾਂਦੀ ਸੀ, ਅੱਜ ਉਸ ਗੱਲ ਦੇ ਉੱਤੇ ਵੀ ਠੱਲ ਪਈ ਹੈ। ਦੇਸ਼ ਦੀ ਹਕੂਮਤ ਨੇ ਵਾਕਈ ਇਹ ਸਮਝਿਆ ਕਿ ਇਹ ਕਿਸਾਨਾਂ ਦੀਆਂ ਮੰਗਾਂ ਜਾਇਜ਼ ਸੀ। ਔਰ ਹੁਣੇ ਭਾਈ ਸਾਹਿਬ ਜਿਸ ਤਰੀਕੇ ਦੇ ਨਾਲ ਕਹਿ ਰਹੇ ਹੈ ਕਿ ਅਸੀਂ ਕਿਸੇ ਨੂੰ ਨੀਚਾ ਦਿਖਾਉਣ ਦੀ ਗੱਲ ਨਹੀਂ ਕਰਦੇ, ਅਸੀਂ ਕਿਸੇ ਨੂੰ ਹਰਾਉਣ ਦੀ ਗੱਲ ਨਹੀਂ ਕੀਤੀ। ਵਾਕਈ ਦਿੱਲੀ ਦੀ ਸੰਗਤ ਔਰ ਲੋਕਾਂ ਦੀਆਂ ਅਰਦਾਸਾਂ ਸੀ ਜਿਨ੍ਹਾਂ ਕਰਕੇ ਇਹ ਅੱਜ ਬਿੱਲ ਵਾਪਸ ਹੋਏ ਹਨ। ਮੈਂ ਦਿੱਲੀ ਦੀ ਸੰਗਤ ਇਸ ਕਰਕੇ ਕਿਹਾ ਕਿਉਂਕਿ ਦਿੱਲੀ ਦੀ ਸੰਗਤ ਨੇ ਇਸ ਗੱਲ ਨੂੰ ਪ੍ਰਮਾਣ ਕਰਕੇ ਦਿੱਤਾ। ਦਿੱਲੀ ਦੀ ਸੰਗਤ ਨੇ ਉਸ ਕਮੇਟੀ ਦੇ ਉੱਤੇ ਹੱਥ ਰੱਖਿਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਜਿਨ੍ਹਾਂ ਨੇ ਬਹੁਤ ਵੱਡੀ ਲੜਾਈ ਲੜੀ ਇਸ ਕਿਸਾਨੀ ਸੰਘਰਸ਼ ਦੇ ਵਿੱਚ। ਤਕਰੀਬਨ ਪੌਣੇ 200 ਜ਼ਮਾਨਤਾਂ ਕਰਾਈਆਂ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜਾਈ ਲੜੀ। ਦਿੱਲੀ ਦੇ ਤਿੰਨੋਂ ਬਾਰਡਰਾਂ ਦੇ ਉੱਤੇ 1 ਸਾਲ ਤੋਂ ਨਿਰੰਤਰ ਜਿਹੜਾ ਅਗਰ ਲੰਗਰ ਚੱਲ ਰਿਹਾ, ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਉੱਥੇ ਚਲਾਇਆ। ਲਗਾਤਾਰ ਲੰਗਰ ਦੀਆਂ ਸੇਵਾਵਾਂ, ਮੈਡੀਕਲ ਸੇਵਾਵਾਂ ਜਿਹੜੀਆਂ ਕੀਤੀਆਂ ਗਈਆਂ, ਇਹ ਸੰਗਤ ਦਾ ਸਾਡੇ ਤੇ ਆਸ਼ੀਰਵਾਦ ਸੀ। ਔਰ ਉਸ ਗੱਲ ਨੂੰ ਤੁਸੀਂ ਸਰਾਹਨਾ ਕਰਦੇ ਹੋਏ ਜਿਸ ਵਕਤ ਸਮਾਂ ਵੋਟਾਂ ਦਾ ਆਇਆ, ਉਹਦੇ ਵਿੱਚ ਵੀ ਬਹੁਤ ਵੱਡਾ ਮੈਂਡੇਟ ਤੁਸੀਂ ਦਿੱਤਾ। ਔਰ ਕਮੇਟੀ ਨੇ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਅਸੀਂ ਸਰਕਾਰਾਂ ਤੋਂ ਬਹੁਤ ਕੁਝ ਲੈਣਾ ਹੁੰਦਾ ਹੈ ਪ੍ਰਬੰਧ ਚਲਾਉਂਦੇ ਹੋਏ, ਅਸੀਂ ਸਰਕਾਰਾਂ ਤੋਂ ਮੰਗ ਵੀ ਕੀਤੀਆਂ ਹੋਈਆਂ, ਅਸੀਂ ਹਸਪਤਾਲਾਂ ਨੂੰ ਚਲਾਵਾਂਗੇ, ਅਸੀਂ ਆਪਣੀ ਯੂਨੀਵਰਸਿਟੀਆਂ ਬਣਾਵਾਂਗੇ, ਮਗਰ ਅਸੀਂ ਇਸ ਲੜਾਈ ਨੂੰ ਫਿਰ ਵੀ ਕਮਜ਼ੋਰ ਨਹੀਂ ਪੈਣ ਦਿੱਤਾ, ਕਿਉਂਕਿ ਇਹ ਕਿਸਾਨੀ ਸਭ ਤੋਂ ਵੱਡੀ ਸਾਡਾ ਮੂਲ ਅਸੂਲ ਸੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਪਰ ਸਾਨੂੰ ਦੇ ਕੇ ਗਏ। ਸੋ ਇਸ ਲੜਾਈ ਨੂੰ ਜਿੱਥੇ ਤੁਸੀਂ ਲੜਿਆ, ਤੁਹਾਨੂੰ ਅੱਜ ਪੂਰੀ ਸਮੁੱਚੀ ਸੰਗਤ, ਖਾਸ ਤੌਰ ਤੇ ਦਿੱਲੀ ਦੀ ਸੰਗਤ ਨੂੰ ਮੈਂ ਬਾਰ-ਬਾਰ ਕਹਾਂਗਾ, ਜਿਨ੍ਹਾਂ ਨੇ ਸਾਨੂੰ ਬਲ ਬਖਸ਼ਿਆ ਪਹਿਲੇ ਇਸ ਕਿਸਾਨੀ ਦੀ ਲੜਾਈਆਂ ਦੇ ਵਿੱਚ, ਉਹਨਾਂ ਦੇ ਜ਼ਮਾਨਤਾਂ ਕਰਾਉਣ ਦੇ ਵਿੱਚ, ਔਰ ਉਸ ਤੋਂ ਬਾਅਦ ਵੋਟਾਂ ਰਾਹੀਂ ਜੋ ਤੁਸੀਂ ਮੈਂਡੇਟ ਦਿੱਤਾ, ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਤੁਹਾਡੇ ਦਿੱਤੇ ਹੋਏ ਇਸ ਬਲ ਕਰਕੇ ਅਸੀਂ ਇਹ ਲੜਾਈਆਂ ਲੜ ਸਕਦੇ ਹਾਂ। ਅੱਜ ਇੱਥੇ ਉਹ ਲੋਕ ਵੀ ਆ ਕੇ ਬੈਠੇ ਹਨ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਕੋਵਿਡ ਕਾਲ ਦੇ ਵਿੱਚ ਇਸ ਲੱਖੀ ਸ਼ਾਹ ਮੰਜਾਰਾ ਹਾਲ ਦੇ ਵਿੱਚ ਸੇਵਾਵਾਂ ਕੀਤੀਆਂ। ਇਸ ਹਾਲ ਨੂੰ ਜਿਸ ਵਕਤ ਕੋਵਿਡ ਦੇ ਸਮੇਂ ਦੇ ਵਿੱਚ 400 ਬੈੱਡ ਦੇ ਵਿੱਚ ਤਬਦੀਲ ਕੀਤਾ, ਸਾਡੇ ਵਿਰੋਧੀਆਂ ਨੇ ਬੜੀਆਂ ਗੱਲਾਂ ਕੀਤੀਆਂ ਸੀ ਕਿ ਇਸ ਜਗ੍ਹਾ ਨੂੰ ਤੁਸੀਂ ਖਰਾਬ ਨਾ ਕਰੋ। ਇਸ ਜਗ੍ਹਾ ਦੇ ਉੱਤੇ ਮੈਂ ਸਮਝਦਾ, ਮਗਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿੱਥੇ ਸਥਾਨ ਹੋਵੇ, 400 ਬੈੱਡ ਦਾ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਗਿਆ। ਇਸ ਮਹਾਮਾਰੀ ਦੇ ਵਿੱਚ ਜਿਸ ਵਕਤ ਲੋਕ ਘਰੋਂ ਨਿਕਲਦੇ ਨਹੀਂ ਸੀ, ਪਿਓ ਪੁੱਤ ਨੂੰ ਨਹੀਂ ਪਛਾਣਦਾ ਸੀ, ਪੁੱਤ ਪਿਓ ਦੀ ਡੈੱਡ ਬੋਡੀ ਨੂੰ ਹੱਥ ਲਾਉਂਦੇ ਉਹ ਡਰਦਾ ਸੀ, ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਨੇ ਅੱਗੇ ਵੱਧ ਕੇ ਸੇਵਾਵਾਂ ਨਿਭਾਈਆਂ। ਔਰ ਉਹਦਾ ਆਸ਼ਰਿਆ ਹੋਇਆ ਕਿ ਤੁਸੀਂ ਤੁਹਾਡੇ ਸਾਹਮਣੇ ਕਿ ਇਸ ਸਥਾਨ ਦੇ ਉੱਤੇ ਕੋਈ ਵੀ ਪੇਸ਼ੈਂਟ ਆਇਆ, ਭਾਵੇਂ ਉਹ 4 ਸਾਲ ਦਾ ਬੱਚਾ ਸੀ ਜਾਂ ਭਾਵੇਂ 93 ਸਾਲ ਦੀ ਮਾਤਾ, ਮਗਰ ਸਾਰੇ ਇੱਥੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਸੇਵਾ ਕਰਦੇ ਹੋਏ ਇੱਥੋਂ ਤੰਦਰੁਸਤ ਹੋ ਕੇ ਇੱਥੋਂ ਗਏ ਆ। ਇਹ ਖਾਲੀ ਕੋਈ ਐਸਾ ਸਥਾਨ ਹੋਇਆ ਜਿੱਥੋਂ ਕੋਈ ਕੈਜੂਅਲਟੀ ਨਹੀਂ ਹੋ ਸਕੀ, ਕੋਈ ਇੱਥੇ ਨੁਕਸਾਨ ਨਹੀਂ ਹੋਇਆ। ਔਰ ਇਸ ਕਰਕੇ
ਸਾਨੂੰ ਖੁਸ਼ੀ ਹੈ ਕਿ ਜੋ ਕਾਰਜ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਮਿਲ ਕੇ ਇਕੱਠੇ ਹੋ ਕੇ ਕਰਦੇ ਆ, ਸੰਗਤ ਉਹਦੀ ਸਰਾਹਨਾ ਵੀ ਕਰਦੀ ਹੈ ਔਰ ਸੰਗਤ ਉਹਨਾਂ ਦੀ ਪਿੱਠ ਤੇ ਹਮੇਸ਼ਾ ਖੜੇ ਹੁੰਦੀ ਹੈ। ਅੱਜ ਬਹੁਤ ਵੱਡਾ ਦਿਹਾੜਾ ਦੇਸ਼ ਦੀ ਸਰਕਾਰ ਨੇ ਵਾਕਈ ਇਹ ਇੱਕ ਬਹੁਤ ਅੱਛਾ ਤੋਹਫਾ ਦਿੱਤਾ ਹੈ, ਜਿੱਥੇ ਅਸੀਂ ਉਹਨਾਂ ਦੀ ਨਿੰਦਾ ਕਰਦੇ ਰਹੇ ਹਾਂ ਗਲਤ ਕੰਮ ਦੇ ਉੱਤੇ, ਅੱਜ ਉਹਨਾਂ ਦੀ ਸਰਾਹਨਾ ਵੀ ਕਰਦੇ ਹਾਂ ਕਿ ਅੱਜ ਦੇ ਦਿਨ ਜਿੱਥੇ ਉਹਨਾਂ ਨੇ ਦੇਸ਼ ਨੂੰ ਇਹ ਵੱਡਾ ਤੋਹਫਾ ਦਿੱਤਾ ਕਿਸਾਨੀ ਦਾ, ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ੍ਹਣ ਦੀ ਜਿਹੜੀ ਗੱਲ ਕੀਤੀ ਹੈ, ਇਹ ਵੀ ਬਹੁਤ ਵੱਡਾ ਸਰਾਹਨੀय ਕੰਮ ਸੀ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅੱਜ ਸਿੱਖਾਂ ਦੀ ਇਸ ਸਟੇਜ ਦੇ ਉੱਤੋਂ ਉਹਨਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਕਿ ਵਾਕਈ ਤੁਸੀਂ ਅੱਜ ਇਸ ਗੱਲ ਦੇ ਉੱਤੇ ਸਾਡੀ ਅਰਦਾਸ ਸੁਣੀ ਗਈ ਹੈ ਔਰ ਤੁਹਾਡੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇन्हीं ਸ਼ਬਦਾਂ ਦੇ ਨਾਲ ਜਿੱਥੇ ਸਮੁੱਚੀ ਸੰਗਤ ਨੂੰ ਕਿਸਾਨ ਵੀਰਾਂ ਦੀ ਇਸ ਜਿੱਤ ਦੀ ਵਧਾਈ ਦਿੰਦਾ, ਗੁਰੂ ਮਹਾਰਾਜ ਦੇ ਅੱਜ ਦੇ ਪ੍ਰਕਾਸ਼ ਪੁਰਬ ਦੇ ਆਗਮਨ ਪੁਰਬ ਦੇ ਉੱਤੇ ਅਸੀਂ ਸਮੁੱਚੀ ਸੰਗਤ ਨੂੰ ਜਿੱਥੇ ਵਧਾਈ ਦਿੰਦੇ ਹਾਂ, ਇੱਕ ਗੱਲ ਹੋਰ ਅਰਦਾਸ ਕਰਾਂਗੇ ਗੁਰੂ ਚਰਨਾਂ ਦੇ ਵਿੱਚ ਕਿ ਜੋ ਸਮਾਂ ਭਿਆਨਕ ਸਮਾਂ ਪਿਛਲੇ ਸਮੇਂ 'ਚ ਨਿਕਲਿਆ ਉਹ ਦੁਬਾਰਾ ਸਾਡੇ ਜੀਵਨ 'ਚ ਨਾ ਆ ਸਕੇ। ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜ ਗਈਆਂ ਅਸੀਂ ਉਹਨਾਂ ਨੂੰ ਵਾਪਸ ਤੇ ਨਹੀਂ ਲਿਆ ਸਕਦੇ, ਮਗਰ ਇਸ ਗੱਲ ਦੇ ਉੱਤੇ ਪਹਿਰਾ ਦਿਆਂਗੇ ਕਿ ਉਸ ਸਮੇਂ ਦੇ ਵਿੱਚ ਜੋ ਸਮਾਂ ਆਇਆ ਸੀ ਜਦ ਅਸੀਂ ਉਹਨਾਂ ਦੇ ਅੰਤਿਮ ਸੰਸਕਾਰ ਨਹੀਂ ਕਰ ਸਕੇ, ਅੰਤਿਮ ਅਰਦਾਸ ਨਹੀਂ ਕਰ ਸਕੀ, ਮਗਰ ਅੱਜ ਅਸੀਂ ਦਿਹਾੜੇ ਉਹਨਾਂ ਦੇ ਨਾਮ ਦੇ ਉੱਤੇ ਜਿਹੜੇ ਗੁਰਪੁਰਬ ਮਨਾਈਏ ਉਹਨਾਂ ਨੂੰ ਜ਼ਰੂਰ ਨਾਲ ਆਪਣੇ ਵਿਛੜੇ ਹੋਇਆਂ ਨੂੰ ਯਾਦ ਕਰੀਏ। ਆਉਣ ਵਾਲਾ ਸਮਾਂ ਜੋ ਫੈਸਲਾ ਲਿਆ ਗਿਆ ਕਿ ਕਿਉਂਕਿ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚੱਲ ਰਿਹਾ, ਜਿਹਨੂੰ ਅਸੀਂ ਬਹੁਤ ਵੱਡੇ ਪੱਧਰ ਤੇ ਮਨਾਉਣ ਦੀ ਗੱਲ ਕੀਤੀ ਸੀ, ਨਹੀਂ ਬਣਾ ਪਾਏ, ਉਹਦੇ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਰਕਿੰਗ ਕਰਕੇ ਉਹਨੂੰ ਬਹੁਤ ਵੱਡੇ ਤਰੀਕੇ ਦੇ ਨਾਲ ਮਨਾਵਾਂਗੇ। ਸੰਗਤਾਂ ਇਸੇ ਤਰੀਕੇ ਦੇ ਨਾਲ ਖੁਸ਼ੀਆਂ ਗੁਰੂ ਮਹਾਰਾਜ ਦੀਆਂ ਪ੍ਰਾਪਤ ਕਰਦੇ ਰਹਿਣ। ਆਪ ਲੋਕ ਇਸੇ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਬਖਸ਼ੋ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ ਨੂੰ ਬੁਲਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਰਮ ਪਿਤਾ ਪਰਮੇਸ਼ਵਰ ਉਸ ਅਕਾਲ ਪੁਰਖ ਰੂਪੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਹਾਨ ਪ੍ਰਕਾਸ਼ ਪੁਰਬ ਪੂਰੀ ਦੁਨੀਆ ਬੜੇ ਚਾਅ ਤੇ ਉਤਸ਼ਾਹ ਨਾਲ ਮਨਾ ਰਹੀ ਹੈ। ਪੂਰੀ ਦੁਨੀਆ, ਪੂਰੀ ਕਾਇਨਾਤ ਅੱਜ ਬੜੇ ਪ੍ਰਸੰਨਤਾ ਦੇ ਨਾਲ ਜਿੱਥੇ ਗੁਰੂ ਸਾਹਿਬ ਜੀ ਦੀ ਗੁਣਗਾਨ ਕਰ ਰਹੀ ਆ, ਉਸਤਤ ਕਰ ਰਹੀ ਆ, ਵਡਿਆਈ ਕਰ ਰਹੀ ਆ, ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦਿੱਲੀ ਦੀ ਸੰਗਤ, ਦਿੱਲੀ ਦੇ ਸਾਰੇ ਹੀ ਇਤਿਹਾਸਿਕ ਗੁਰੂ ਧਾਮਾਂ ਤੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਨਾਨਕ ਪਿਓ ਸਾਹਿਬ ਵਿਖੇ ਜੋ ਕਿ ਚਰਨ ਛੋਹ ਸਥਾਨ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਅਤੇ ਇਸ ਪਵਿੱਤਰ ਸਥਾਨ ਨੌਵੇਂ ਪਾਤਸ਼ਾਹ ਜੀ ਦੇ ਮਹਾਨ ਸ਼ਹੀਦੀ ਸਥਾਨ ਦੇ ਉੱਤੇ ਇਸ ਲੱਖੀ ਸ਼ਾਹ ਬੰਜਾਰਾ ਹਾਲ 'ਚ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ। ਸੰਗਤ ਜੀ, ਸਾਡੀ ਸਾਰਿਆਂ ਦੀ ਬੜੀ ਖੁਸ਼ਕਿਸਮਤੀ ਆ ਇਸ ਦੀਨ ਦੁਨੀਆ ਦੀਵਾਲੀ ਅਕਾਲ ਪੁਰਖ ਸੱਚੇ ਪਿਤਾ ਪਰਮੇਸ਼ਵਰ ਦੇ ਰੂਪ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋ ਮਾਨਵਤਾ ਤੇ ਉਪਕਾਰ ਕੀਤਾ, ਜੋ ਸਾਨੂੰ ਸੇਧ ਦਿੱਤੀ, ਸਾਨੂੰ ਜੀਵਨ ਕਾਲ ਜੀਣ ਦਾ ਰਸਤਾ ਦਿਖਾਇਆ ਔਰ ਉਸ ਅਕਾਲ ਪੁਰਖ ਦੇ ਉਸਤਤ ਕਰਨੀ ਸਿਖਾਈ। ਅੱਜ ਉਸ ਮਾਲਿਕ ਦਾ ਜਦੋਂ ਅਸੀਂ ਦਿਨ ਬਣਾ ਰਹੇ ਹਾਂ, ਸਾਨੂੰ ਇਸ ਗੱਲ ਦੀ ਵੀ ਪ੍ਰਸੰਨਤਾ ਹੈ ਲਗਾਤਾਰ ਪਿਛਲੇ 2 ਸਾਲਾਂ ਤੋਂ ਜੋ ਕਿਸਾਨੀ ਕਾਨੂੰਨਾਂ ਦੇ ਲੜਾਈ ਸ਼ੁਰੂ ਹੋਈ ਔਰ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਸਾਡੇ ਕਿਸਾਨ ਵੀਰ ਕਿਸਾਨੀ ਦਾ ਇਨਸਾਫ ਲੈਣ ਵਾਸਤੇ ਖੜੇ ਸੀ। ਭਾਵੇਂ ਕਿ ਦਿੱਲੀ ਦੇ ਲੋਕਾਂ ਦਾ ਕਿੱਤਾ ਕਿਸਾਨੀ ਨਹੀਂ ਸੀ, ਪਰ ਜੋ ਸਭ ਤੋਂ ਵੱਡਾ ਸਹਿਯੋਗ ਕਿਸਾਨ ਸੰਗਠਨ ਨੂੰ, ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨ ਵੀਰਾਂ ਨੂੰ ਮਿਲਿਆ, ਉਹ ਦਿੱਲੀ ਦੇ ਇਹਨਾਂ ਸਿੱਖਾਂ ਵੱਲੋਂ ਮਿਲਿਆ। ਜਦੋਂ ਦਿੱਲੀ ਦੇ ਸਿੱਖਾਂ ਨੇ ਬਾਰਡਰਾਂ ਤੇ ਜਾ ਕੇ ਉਹਨਾਂ ਕਿਸਾਨਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਤੇ ਦੇਸ਼ ਦੀ ਸਰਕਾਰ ਨੂੰ ਇੱਕ ਗੱਲ ਸਮਝ ਆ ਗਈ ਕਿ ਜਿਹੜਾ ਸਿੱਖ ਆ ਉਹਦੀ ਸਾਈਕੀ ਕੀ ਆ। ਸਿੱਖ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਦਾ, ਵਪਾਰ ਜਾਤੀ ਧਰਮ ਤੋਂ ਉੱਪਰ ਉੱਠ ਕੇ ਜਦੋਂ ਸਿੱਖੀ ਦੀ ਗੱਲ ਆਉਂਦੀ ਉਹ ਇਕਜੁੱਟ ਹੋ ਜਾਂਦਾ ਏ। ਕਿਸਾਨੀ ਦੀ ਗੱਲ ਆਈ, ਦੇਸ਼ ਔਰ ਦੁਨੀਆ ਦੇ ਸਿੱਖ ਇਕਜੁੱਟ ਹੋ ਗਏ।
ਅੱਜ ਦੀ ਜਿਹੜੇ 3 ਕਾਨੂੰਨ ਵਾਪਸ ਹੋਏ ਨੇ, ਇਹ 3 ਕਾਨੂੰਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਉਸ ਪਵਿੱਤਰ ਦਿਹਾੜੇ ਤੇ ਇਹ ਖੁਸ਼ਖਬਰੀ ਦੇਸ਼ ਨੂੰ ਔਰ ਦੁਨੀਆ ਨੂੰ ਦਿੱਤੀ ਹੈ। ਲੋਕਾਂ ਦੇ ਵਾਸਤੇ ਕੇਵਲ 3 ਕਾਨੂੰਨ ਵਾਪਸ ਹੋਏ ਨੇ, ਪਰ ਇੱਕ ਸਿੱਖ ਦੇ ਵਾਸਤੇ ਉਸ ਅਕਾਲ ਪੁਰਖ ਦੇ ਚਰਨਾਂ 'ਚ ਕੀਤੀ ਅਰਦਾਸ ਸਫਲ ਹੋਈ ਆ। ਇੱਕ ਸਿੱਖ ਦੇ ਵਾਸਤੇ ਜੋ ਉਸਨੇ ਪ੍ਰਣ ਕੀਤਾ ਸੀ ਆਪਣੇ ਗੁਰੂ ਦੇ ਚਰਨਾਂ 'ਚ ਬੈਠ ਕੇ ਕਿ ਇਸ ਬਾਰਡਰਾਂ ਤੋਂ ਉੱਠ ਕੇ ਨਹੀਂ ਜਾਵਾਂਗੇ ਜਦੋਂ ਤੱਕ ਇਹ 3 ਕਾਨੂੰਨ ਵਾਪਸ ਨਹੀਂ ਹੋਣਗੇ, ਉਹਦੇ ਇਸ ਪ੍ਰਣ ਦੀ ਜੋ ਗੁਰੂ ਦੇ ਚਰਨਾਂ 'ਚ ਉਹਨੇ ਕੀਤਾ ਸੀ, ਉਸ ਦੀ ਜਿੱਤ ਹੋਈ ਆ। ਇੱਕ ਸਿੱਖ ਦੇ ਵਾਸਤੇ ਇਹ ਬੜੀ ਵੱਡੀ ਅਹਿਮੀਅਤ ਆ। ਸ਼ਾਇਦ ਅੱਜ ਮੌਜੂਦਾ ਸਰਕਾਰਾਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਇਆ ਹੋਊਗਾ ਕਿ ਸਿੱਖ ਦੀ ਅਰਦਾਸ ਦੀ ਅਹਿਮੀਅਤ ਕੀ ਆ, ਸਿੱਖ ਸੋਚਦਾ ਕਿਵੇਂ ਆ। ਸਿੱਖ ਜਿੰਨਾ ਵੱਡਾ ਉਦਾਰਵਾਦੀ ਆ, ਜਿੰਨਾ ਵੱਡਾ ਸੇਵਾਦਾਰ ਆ, ਜਿੰਨੀ ਉਹਦੇ ਮਨ ਦੇ ਅੰਦਰ ਮਾਨਵਤਾ ਦੀ ਸੇਵਾ ਦੇ ਪ੍ਰਤੀ ਭਾਵਨਾ ਤੇ ਸ਼ਰਧਾ ਹੈ, ਸਿੱਖ ਦਾ ਅਕੀਦਾ ਔਰ ਵਿਸ਼ਵਾਸ ਆਪਣੇ ਗੁਰੂ ਚ ਕੀਤੇ ਚਰਨਾਂ 'ਚ ਕੀਤੀ ਅਰਦਾਸ ਤੇ ਵੀ ਉਹਨੇ ਅਟਲ ਆ। ਜੇ ਸਿੱਖ ਨੇ ਆਪਣੇ ਗੁਰੂ ਚਰਨਾਂ 'ਚ ਇੱਕ ਵਾਰ ਅਰਦਾਸ ਕਰਤੀ, ਫਿਰ ਦੁਨੀਆ ਦੀ ਕੋਈ ਤਾਕਤ ਉਸ ਨੂੰ ਵਾਪਸ ਮੋੜ ਨਹੀਂ ਸਕਦੀ। ਅੱਜ ਇਹ ਜ਼ਰੂਰ ਮੌਜੂਦਾ ਸਰਕਾਰਾਂ ਨੂੰ ਮਹਿਸੂਸ ਹੋਇਆ। ਜਿਵੇਂ ਮੇਰੇ ਤੋਂ ਪਹਿਲਾਂ ਬਹੁਤ ਸੋਹਣੇ ਸਰਦਾਰ ਹਰਮੀਤ ਸਿੰਘ ਜੀ ਨੇ ਔਰ ਉਸ ਤੋਂ ਪਹਿਲਾਂ ਭਾਈ ਚਮਨਜੀਤ ਸਿੰਘ ਲਾਲ ਜੀ ਨੇ ਬਹੁਤ ਸੋਹਣੀ ਇੱਕ ਗੱਲ ਕਹੀ, ਅਸੀਂ ਕੋਈ ਲੋਕਾਂ ਨੂੰ ਝੁਕਾਉਣ ਵਾਸਤੇ ਨਹੀਂ, ਸਾਡਾ ਕੋਈ ਟੀਚਾ ਕਿਸੇ ਨੂੰ ਝੁਕਾਉਣ ਦਾ, ਕਿਸੇ ਨੂੰ ਥੱਲਾ ਨੀਚਾ ਦਿਖਾਉਣ ਦਾ ਨਹੀਂਗਾ। ਸਾਡਾ ਕੇਵਲ ਇੱਕ ਗੱਲ ਸੀ ਕਿ ਬੇਇਨਸਾਫੀ ਦੇ ਖਿਲਾਫ ਇੱਕ ਆਵਾਜ਼ ਨੂੰ ਉਠਾਇਆ ਸੀਗਾ ਔਰ ਉਹ ਸੇਧ ਵੀ ਗੁਰੂ ਸਾਹਿਬ ਨੇ ਆਪ ਦਿੱਤੀ ਸੀ ਸਾਨੂੰ ਵੀ। ਤੇ ਮੈਂ ਅੱਜ ਇਹ ਮੰਨਦਾ ਹਾਂ, ਦੇਸ਼ ਦੀ ਸਰਕਾਰ, ਦੇਸ਼ ਦੇ ਪ੍ਰਧਾਨ ਮੰਤਰੀ ਪਤਾ ਨਹੀਂ ਕੀ ਸੋਚਦੇ ਹੋਣਗੇ, ਪਰ ਮੈਂ ਇਹ ਮੰਨਦਾ ਇੱਕ ਸਿੱਖ ਹੋਣ ਦੇ ਨਾਤੇ ਕਿ ਇਹ ਜੋ ਜਿੱਤ ਆ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਝੋਲੀ ਜਿੱਤ ਪਾਈ ਔਰ ਆਪ ਕਿਰਪਾ ਕਰਕੇ ਉਸ ਪ੍ਰਧਾਨ ਮੰਤਰੀ ਤੋਂ ਦਿਨ ਚੁਣਵਾ ਕੇ ਉਸ ਤੋਂ ਇਹ ਖਵਾਇਆ। ਇਹ ਗੁਰੂ ਦੀ ਜਿੱਤ ਆ, ਗੁਰੂ ਦੇ ਸੱਚੇ ਸਿੱਖ ਦੀ ਜਿੱਤ ਆ। ਔਰ ਅੱਜ ਜਦੋਂ ਅਸੀਂ ਇਸ 3 ਕਾਨੂੰਨਾਂ ਦੇ ਰੱਦ ਹੋਣ ਦੇ ਉੱਤੇ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਪਵਿੱਤਰ ਦਿਹਾੜੇ ਨੂੰ ਯਾਦ ਕਰਦੇ ਹਾਂ, ਤੇ ਮੈਨੂੰ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ, ਕਿਉਂਕਿ ਅੱਜ ਇਸ ਸਟੇਜ ਦੇ ਉੱਤੇ ਬਹੁਤ ਵੱਡੇ ਪਵਿੱਤਰ ਸਰੀਰ ਬੈਠੇ ਨੇ, ਕਾਰ ਸੇਵਾ ਵਾਲੇ ਮਹਾਂਪੁਰਖ, ਉਹ ਸਾਰੀਆਂ ਰੂਹਾਂ ਜਿਨ੍ਹਾਂ ਨੇ ਨਿਰੰਤਰ ਗੁਰੂ ਘਰਾਂ ਦੀ ਮਹਾਨ ਸੇਵਾ ਕੀਤੀ, ਐਸੇ ਸਰੀਰ ਜਿਨ੍ਹਾਂ ਨੇ ਇਸ ਕੋਵਿਡ ਦੇ ਦੌਰਾਨ ਵੀ ਬਹੁਤ ਵੱਡੇ ਸੇਵਾ 'ਚ ਯੋਗਦਾਨ ਪਾਏ। ਅੱਜ ਉਹ ਸਾਰੇ ਪਵਿੱਤਰ ਰੂਹਾਂ ਜਿਨ੍ਹਾਂ ਨੇ ਮਾਨਵਤਾ ਦੀ ਸੇਵਾ 'ਚ ਗਾਂਹ ਵੱਧ ਕੇ ਸੇਵਾ ਕੀਤੀ ਔਰ ਆਪ ਵਰਗੀਆਂ ਪਵਿੱਤਰ ਗੁਰੂ ਚਰਦੀਆਂ ਉਹ ਪ੍ਰੇਮ ਦੀਆਂ ਗੁਰੂ ਦੇ ਰਸ ਅੰਦਰ ਭਿੱਜੀਆਂ ਰੂਹਾਂ, ਜਿਨ੍ਹਾਂ ਨੇ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਥ ਦਿੱਤਾ। ਮੈਂ ਅੱਜ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਬਹੁਤ ਸਾਰੇ ਸਟੇਜਾਂ ਤੇ ਅਸੀਂ ਕਈ ਵਾਰ ਇਹ ਗੱਲ ਕਹਿ ਨਹੀਂ ਪਾਉਂਦੇ ਸੀ ਕਿਉਂਕਿ ਹਾਲਾਤ ਇਹੋ ਜਿਹੇ ਬਣੇ ਹੋਏ ਸੀ, ਪਰ ਇੱਕ ਗੱਲ ਦੀ ਸੱਚਾਈ ਸੀ ਕਿ ਜੋ ਇਹ 3 ਕਾਨੂੰਨਾਂ ਦੀ ਲੜਾਈ ਸੰਘਰਸ਼ ਚੱਲ ਰਿਹਾ ਸੀਗਾ, ਕਿਤੇ ਨਾ ਕਿਤੇ ਸ਼ਰਾਰਤੀ ਲੋਕ ਇਸ ਨੂੰ ਸਿੱਖ ਵਰਸਸ ਸਰਕਾਰ ਬਣਾ ਰਹੇ ਸੀਗੇ, ਇਸ ਨੂੰ ਸਿੱਖ ਵਰਸਸ ਸਰਕਾਰ ਬਣਾ ਰਹੇ ਸੀ, ਜਿਸ ਦਾ ਕਿ ਬਹੁਤ ਦੂਰ ਅੰਦਾਮੀ ਸਾਨੂੰ ਅੰਜਾਮ ਭੁਗਤਣੇ ਪੈਣੇ ਸੀ। ਇਸ ਨੂੰ ਸਿੱਖ ਵਰਸਸ ਹਿੰਦੂ ਬਣਾਇਆ ਜਾ ਰਿਹਾ ਸੀਗਾ, ਐਸਾ ਮਾਹੌਲ ਬਣਾਇਆ, ਗੰਦਲਾ ਕੀਤਾ ਜਾ ਰਿਹਾ ਸੀਗਾ ਜਿਹਦੇ ਨਾਲ ਹਾਲਾਤ ਵਿਗੜਨ ਤੇ ਇਸ ਤਰ੍ਹਾਂ ਦਾ ਮਾਹੌਲ ਬਣੇ ਕਿ ਜੀ ਇਹ ਸਿੱਖ ਜਿਹੜੇ ਨੇ ਉਹ ਦੇਸ਼ ਦੇ ਖਿਲਾਫ ਨੇ। ਸਿੱਖ ਦੇਸ਼ ਦੇ ਖਿਲਾਫ ਨਹੀਂ ਹੋ ਸਕਦਾ, ਸਿੱਖ ਵਤਨ ਪ੍ਰਸਤ ਆ। ਸਿੱਖ ਜਿੱਥੇ ਆਪਣੇ ਗੁਰੂ ਦੇ ਚਰਨਾਂ 'ਚ ਨਿਤ ਅਰਦਾਸ ਕਰਦਾ ਹੈ, ਆਪਣੇ ਦੇਸ਼ ਪਿੱਛੇ ਜਾਨ ਦੇਣ ਵਰਗੇ ਪਰਵਾਹ ਨਹੀਂ ਕਰਦਾ, ਪਰ ਕਾਨੂੰਨਾਂ ਦੇ ਖਿਲਾਫ ਅਸੀਂ ਸੀ, ਕਿਸੇ ਸਰਕਾਰ ਦੇ ਖਿਲਾਫ, ਕਿਸੇ ਦੇਸ਼ ਦੇ ਖਿਲਾਫ ਨਹੀਂ, ਲੇਕਿਨ ਉਸ ਨੂੰ ਗਲਤ ਤਰੀਕੇ ਨਾਲ ਦੱਸਿਆ ਜਾ ਰਿਹਾ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਸਾਨੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ। ਗੁਰਬਾਣੀ 'ਚ ਬਾਰ-ਬਾਰ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਕਿਰਸਾਨੀ ਦਾ ਨਾਮ ਲੈ ਲੈ ਕੇ ਉਸ ਨੂੰ ਬਾਰ-ਬਾਰ ਦੱਸਣਾ ਕੀਤਾ ਹੈ ਔਰ ਉਹਨਾਂ ਦੀ ਕਿਰਤ ਦੀ ਅੱਜ ਜਿੱਤ ਹੋਈ ਆ। ਜਿਹੜਾ ਫਲਸਫਾ ਸੀ ਉਹਨਾਂ ਦਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹ ਕਿਰਤ ਦੀ ਅੱਜ ਬਹੁਤ ਵੱਡੀ ਜਿੱਤ ਹੋਈ। ਅੱਜ ਦੇਸ਼ ਔਰ ਸੰਦੇਸ਼, ਪੂਰੇ ਦੇਸ਼ ਔਰ ਦੁਨੀਆ 'ਚ ਇਹ ਸੰਦੇਸ਼ ਗਿਆ। ਸ਼ਾਇਦ ਆਪਾਂ ਕਈ ਗੱਲਾਂ ਨੂੰ ਬਹੁਤ ਸਹਿਜ ਤਰੀਕੇ ਨਾਲ ਦੇਖ ਲੈਂਦੇ ਹਾਂ, ਸਹਿਜ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਮੈਂ ਤੁਹਾਨੂੰ ਇਹ ਜ਼ਰੂਰ ਅੱਜ ਕਹਿਣਾ ਚਾਹੁੰਦਾ ਕਿ ਜਦੋਂ ਅੱਜ ਨਹੀਂ, ਅੱਜ ਤੋਂ ਸੈਂਕੜਿਆਂ ਸਾਲ ਬਾਅਦ ਵੀ ਜਦੋਂ ਵੀ ਇਸ ਦੇਸ਼ ਔਰ ਦੁਨੀਆ ਦੇ ਸਭ ਤੋਂ ਵੱਡੇ ਸੰਘਰਸ਼, ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਜਾਊਗੀ, ਜਿੱਥੇ ਇਹ ਕਿਹਾ ਜਾਊਗਾ ਕਿ ਇੱਥੇ ਸਿੱਖਾਂ ਦੀ ਸਾਈਕੀ ਨਾਲ ਲੜਾਈ ਨੂੰ ਲੜਿਆ ਗਿਆ, ਗੁਰੂ ਘਰਾਂ ਦੀ ਮਹਾਨ ਲੰਗਰ ਦੀ ਪ੍ਰਥਾ ਨੇ ਇਸ ਸੰਘਰਸ਼ ਨੂੰ ਚਰਮ ਸੀਮਾ ਤੱਕ ਲਿਜਾਣ ਦਾ ਬਹੁਤ ਵੱਡਾ ਯੋਗਦਾਨ ਕੀਤਾ,
ਉੱਥੇ ਇਹ ਵੀ ਗੱਲ ਕਹੀ ਜਾਊਗੀ ਕਿ ਜਿਸ ਦਿਨ ਇਸ ਸੰਘਰਸ਼ ਜਿੱਤ ਹੋਈ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਿਰਪਾ ਵਡਿਆਈ ਦੇ ਸਦਕੇ ਹੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਹੀ ਇਸ ਕਿਸਾਨੀ ਸੰਘਰਸ਼ ਦੀ ਜਿੱਤ ਹੋਈ। ਮੈਂ ਜਦੋਂ ਅੰਦਰ ਵੜ ਰਿਹਾ ਸੀ, ਬਹੁਤ ਸਾਰੇ ਲੋਕ, ਬਹੁਤ ਸਾਰੀ ਸੰਗਤ, ਬੀਬੀਆਂ, ਭੈਣਾਂ, ਮਾਤਾਵਾਂ ਇਸ ਗੱਲ ਦੀ ਵਧਾਈ ਦੇ ਰਹੀਆਂ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਨਿਰੰਤਰ, ਖਾਲਸਾ ਜੀ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਹਾਂ, ਇਹ ਕਮੇਟੀ ਤੁਹਾਡੀਆਂ ਸੇਵਾਵਾਂ ਸਦਕੇ ਚੱਲਦੀ ਆ। ਅਸੀਂ ਕੇਵਲ ਸੇਵਾਦਾਰ ਤੇ ਪਹਿਰੇਦਾਰ ਹਾਂ। ਪਰ ਮੈਂ ਆਪ ਜੀ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ, ਔਰ ਆਪ ਜੀ ਨੂੰ ਵੀ ਇਹ ਪ੍ਰਸੰਨਤਾ ਹੋਊਗੀ, ਆਪਾਂ ਵਾਹਦ ਇੱਕ ਐਸੀ ਦੇਸ਼ ਦੀ ਕਮੇਟੀ ਸਾਂ ਜਿਨ੍ਹਾਂ ਨੇ ਨਿਰੰਤਰ 1 ਸਾਲ ਤੱਕ ਸਾਡੇ ਲੰਗਰ ਅੱਜ ਵੀ ਐਜ਼ ਇਟ ਇਜ਼ ਉੱਥੇ ਚੱਲਦੇ ਪਏ ਆ, ਜਿਸ ਤਰ੍ਹਾਂ ਕਿ ਪਿਛਲੇ ਨਵੰਬਰ ਤੋਂ ਸ਼ੁਰੂ ਹੋਏ ਸੀ। 1 ਦਿਨ ਵਾਸਤੇ ਵੀ ਆਪਾਂ ਉੱਥੇ ਬੰਦ ਨਹੀਂ ਹੋਣ ਦਿੱਤੇ। ਆਪ ਦਿੱਲੀ ਦੀ ਸੰਗਤ ਦੇ ਸਦਕੇ ਹੀ ਇਹ ਸੰਭਵ ਹੋਇਆ। ਔਰ ਤੁਸੀਂ ਇਹ ਸੁਣ ਕੇ ਹੈਰਾਨ ਹੋਗੇ। ਦੇਖੋ, ਆਪਾਂ ਕਈ ਵਾਰ ਆਪਣੇ ਸਟਾਫ ਨੂੰ ਮਾੜਾ ਚੰਗਾ ਬੋਲ ਦਿੰਦੇ, ਕਈ ਵਾਰ ਸਾਡੇ ਕੋਲ ਕੋਈ ਸ਼ਿਕਾਇਤ ਲੈ ਕੇ ਆ ਜਾਂਦਾ, ਜੀ ਮੈਨੂੰ ਆਹ ਉੱਚੀ ਬੋਲਤਾ, ਮੈਨੂੰ ਇਹ ਨੀਵਾਂ ਬੋਲਤਾ। ਪਰ ਆਪਾਂ ਇਹ ਸੋਚ ਕੇ ਦੇਖੀਏ, ਉਹਨਾਂ ਸੇਵਾਦਾਰਾਂ ਦੀ ਸੇਵਾ ਨੂੰ ਮੈਂ ਸਲਾਮ ਕਰਦਾ, ਉਸ ਜਜ਼ਬੇ ਨੂੰ, ਉਹਨਾਂ ਦੇ ਚਰਨਾਂ 'ਚ ਸੀਸ ਨਵਾ ਕੇ ਉਹਨਾਂ ਸੇਵਾਦਾਰਾਂ ਦੇ ਚਰਨਾਂ 'ਚ ਮੈਂ ਸਲਾਮ ਕਰਦਾ ਹਾਂ, ਜਿਨ੍ਹਾਂ ਨੇ 1 ਸਾਲ ਨਿਰੰਤਰ ਠੰਡ ਹੋਵੇ, ਗਰਮੀ ਹੋਵੇ, ਉਸੇ ਬਾਰਡਰਾਂ ਤੇ ਤਿੰਨਾਂ ਤੇ ਬੈਠ ਕੇ ਬਿਨਾਂ ਕਿਸੇ ਫੋਟੋ ਦੇ, ਬਿਨਾਂ ਕਿਸੇ ਵੀਡੀਓ ਦੇ 1 ਸਾਲ ਤੱਕ ਮਹਾਨ ਸੇਵਾ 'ਚ ਆਪਣਾ ਇਸ ਯੋਗਦਾਨ ਪਾਇਆ ਹੈ। ਅੱਜ ਉਹਨਾਂ ਸੇਵਾਦਾਰਾਂ ਦੇ ਚਰਨਾਂ 'ਚ ਮੈਂ ਆਪਣਾ ਸੀਸ ਨਵਾ ਕੇ ਉਹਨਾਂ ਦਾ ਧੰਨਵਾਦ ਕਰਦਾ। ਮੈਂ ਸਾਰੀ ਸੰਗਤ ਨੂੰ ਵੀ ਕਹੂੰਗਾ, ਉਹਨਾਂ ਸੇਵਾਦਾਰਾਂ ਦੇ ਵਾਸਤੇ ਆਪ ਵੀ ਇੱਕ ਜਕਾਰੇ ਦੇ ਰੂਪ ਦੇ ਅੰਦਰ ਉਹਨਾਂ ਸੇਵਾਦਾਰਾਂ ਦਾ ਧੰਨਵਾਦ ਕਰੋ, ਜਿਨ੍ਹਾਂ ਨੇ 1 ਸਾਲ ਤੱਕ ਇਸ ਲੜਾਈ ਦੇ ਸੰਘਰਸ਼ ਨੂੰ ਜਿੰਦਾ ਰੱਖਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਕੱਲ 100 ਰੁਪਏ ਦਾ ਡੇਟਾ ਕਾਰਡ ਮਿਲ ਜਾਂਦਾ ਹੈ, 100 ਰੁਪਏ 'ਚ ਅਪਲੋਡ ਹੋ ਜਾਂਦਾ ਹੈ। ਜੋ ਜੀ ਕਰੇ ਫੇਸਬੁੱਕ ਤੇ ਬੋਲ ਦਿਓ, ਕਿਹੜੀ ਕਿਸੇ ਦੀ ਅਥਾਰਟੀ ਲੈਣ ਦੀ ਲੋੜ ਆ, ਕਿਹੜਾ ਕਿਸੇ ਤੋਂ ਪੁੱਛਣ ਦੀ ਲੋੜ ਆ। ਜੋ ਜੀ ਕਰਦਾ ਬੋਲ ਦਿਓ, ਜਿਹਨੂੰ ਜੀ ਕਰਦਾ ਗਾਣਾ ਕੱਢ ਦਿਓ, ਜਿਹਨੂੰ ਜੀ ਕਰਦਾ ਕਰਕੇ ਮਾੜਾ ਕਹਿ ਦਿਓ, ਕੋਈ ਫਰਕ ਨਹੀਂ, ਕੋਈ ਪੁੱਛਦਾ ਹੀ ਨਹੀਂ। ਪਰ ਕਦੀ ਸੋਚ ਕੇ ਦੇਖੋ, ਬੋਲਣਾ ਤੇ 200 ਰੁਪਏ ਦੇ ਜਿਹੜਾ ਡੇਟਾ ਪਾ ਕੇ ਬੜਾ ਸੌਖਾ ਹੈ, ਪਰ ਜਿਹੜੇ ਕਰਦੇ ਨੇ, ਕਦੀ ਆਪਣੇ ਮਨ ਦੇ ਅੰਦਰ ਵਿਚਾਰ ਕਰਕੇ ਦੇਖੋ ਕਿ ਉਹਨਾਂ ਦਾ ਧੀਰਜ ਕਿੰਨਾ ਹੈ, ਉਹਨਾਂ ਦੇ ਅੰਦਰ ਸੰਤੋਖ ਕਿੰਨਾ ਹੈ, ਗੁਰੂ ਦੀ ਉਹਨਾਂ ਤੇ ਕਿਰਪਾ ਕਿੰਨੀ। ਹਾਲਾਂਕਿ ਅੱਜ ਬੜਾ ਖੁਸ਼ੀਆਂ ਦਾ ਦਿਨ ਆ। ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਮੈਨੂੰ ਸਰਦਾਰ ਹਰਮੀਤ ਸਿੰਘ ਕਾਲਕੋਣ ਇਹ ਗੱਲ ਕਰ ਰਿਹਾ ਸੀ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਧੰਨ ਨੇ ਸਾਡੇ ਮੈਨੇਜਰ, ਧੰਨ ਨੇ ਸਾਡੇ ਸੇਵਾਦਾਰ, ਧੰਨ ਨੇ ਸਾਡੀਆਂ ਉਹ ਬੀਬੀਆਂ ਜਿਹੜੀਆਂ ਵਿਰੋਧੀਆਂ ਦੀਆਂ ਗਾਲਾਂ ਵੀ ਸੁਣਦੇ ਰਹੇ, ਪਰ ਉਹਨਾਂ ਨੇ ਆਪਣਾ ਆਪਾ ਨਹੀਂ ਹਾਰਿਆ। ਧੰਨ ਜੇ ਮੈਂ ਆਪਣੇ ਜਨਰਲ ਮੈਨੇਜਰ, ਆਪਣੇ ਮੈਨੇਜਰ ਸਾਰਿਆਂ ਦੇ ਚਰਨਾਂ 'ਚ ਭਾਈ, ਤੁਹਾਡੇ ਚਰਨਾਂ 'ਚ ਆਪਣਾ ਸੀਸ ਨਵਾਉਣਾ ਹੈ। ਧੰਨ ਜੇ ਤੁਸੀਂ ਇਸ ਗੁਰੂ ਦੀ ਤੁਸੀਂ ਲਾਜ ਰੱਖੀ, ਤੁਸੀਂ ਆਪਣੇ ਮੂੰਹੋਂ ਮਾੜਾ ਅਲਫਾਜ਼ ਔਰ ਮਾੜਾ ਬੋਲ ਨਹੀਂ ਬੋਲਿਆ, ਵਿਰੋਧੀਆਂ ਭਾਵੇਂ ਕੁਝ ਵੀ ਕੀਤਾ, ਪਰ ਤੁਸੀਂ ਆਪਣਾ ਸੰਯਮ ਬਣਾ ਕੇ ਰੱਖਿਆ। ਹਾਲਾਂਕਿ ਤਨਖਾਹ ਤੇ ਕੰਮ ਕਰਨ ਵਾਲੇ ਲੋਕ ਆਪਣਾ ਸੰਯਮ ਖੋ ਜਾਂਦੇ ਨੇ, ਪਰ ਬਈ ਬਹੁਤ ਵੱਡੀ ਗੱਲ ਆ। ਸੋ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੰਨਾ ਕੁਝ ਮਾੜੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਆਪਣੇ ਧੀਰਜ ਨੂੰ ਬਣਾ ਕੇ ਰੱਖਿਆ ਔਰ ਆਪਣੀ ਸੇਵਾ 'ਚ ਪਰਪੱਖ ਰਹੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਅੱਜ ਸਾਡੇ ਵਿੱਚ ਸਰਦਾਰ ਤਲੋਚਨ ਸਿੰਘ ਜੀ, ਜਿਨ੍ਹਾਂ ਨੂੰ ਪਦਮ ਵਿਭੂਸ਼ਣ ਤੋਂ ਉਹਨਾਂ ਦੀਆਂ ਮਹਾਨ ਸੇਵਾਵਾਂ ਦੇ ਸਦਕੇ, ਵੈਸੇ ਸਰਦਾਰ ਤਲੋਚਨ ਸਿੰਘ ਜੀ ਕਿਸੇ ਤਾਰੀਫ ਦੇ, ਕਿਸੇ ਇੰਟਰੋਡਕਸ਼ਨ ਦੇ ਮੁਤਾਜ ਨਹੀਂ ਗੇ। ਇੱਕ ਐਸੀ ਵਾਹਦ ਸ਼ਖਸੀਅਤ ਨੇ ਜਿਨ੍ਹਾਂ ਨੇ ਬੋਲਣਾ ਸੱਚ ਆ, ਭਾਵੇਂ ਸੁਣਨ ਵਾਲ ਨੂੰ ਮਾੜਾ ਲੱਗੇ ਜਾਂ ਚੰਗਾ ਲੱਗੇ। ਔਰ ਸਾਡੇ ਵੀ ਹਮੇਸ਼ਾ ਹੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਮਾਰਗਦਰਸ਼ਕ ਰਹਿੰਦੇ ਨੇ। ਮੈਂ ਜਿੱਥੇ ਉਹਨਾਂ ਨੂੰ ਅੱਜ ਵਧਾਈ ਦਿੰਦਾ ਏ, ਉਹਨਾਂ ਦੀਆਂ ਮਹਾਨ ਸੇਵਾਵਾਂ ਦੇ ਚੱਲਦੇ ਦੇਸ਼ ਦੇ 3 ਸਿੱਖਾਂ ਨੂੰ ਇਹ ਮਾਣ ਮਿਲਿਆ। ਸਰਦਾਰ ਤਲੋਚਨ ਸਿੰਘ ਜੀ ਨੂੰ ਪਦਮ ਵਿਭੂਸ਼ਣ ਦੇ ਨਾਲ, ਜੋ ਕਿ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਸਰਕਾਰ ਦਾ ਸਨਮਾਨ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਜਾਂਦਾ, ਉਹਨਾਂ ਸਨਮਾਨਿਆ ਗਿਆ, ਜੋ ਉਹਨਾਂ ਨੇ ਲੰਬੇ ਸਮੇਂ ਤੋਂ ਪੰਥ ਵਾਸਤੇ ਸੇਵਾਵਾਂ ਕੀਤੀਆਂ ਨੇ। ਮੈਂ ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕਰਦਾ। ਸਾਡੇ ਵਿੱਚ ਨੇ, ਮੈਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ। ਪਰ ਮੈਂ ਖਾਲਸਾ ਜੀ ਤੁਹਾਨੂੰ ਨਾ 2-3 ਬੰਦਿਆਂ ਨਾਲ, 2-3 ਵਾਕਿਆਂ ਨਾਲ ਜ਼ਰੂਰ ਰੂਬਰੂ ਕਰਾਉਣਾ ਚਾਹੁੰਦਾ ਹਾਂ, ਕਿਉਂਕਿ ਕਈ ਵਾਰ ਅਸੀਂ ਆਪਣੇ ਜੀਵਨ ਕਾਲ 'ਚ ਕਾਰਜ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹਾਂ, ਪਰ ਕਦੀ ਕਦੀ ਬੰਦਾ ਸੋਚ ਕੇ ਬੈਠ ਕੇ ਵਿਚਾਰ ਕਰਦਾ ਤੇ ਉਸ ਨੂੰ ਯਾਦ ਆਉਂਦਾ ਹੈ ਕਿ ਕਿੰਨੀਆਂ ਵੱਡੀਆਂ, ਕਿੰਨੀਆਂ ਪੰਥ ਦੇ ਪ੍ਰਤੀ ਲੋਕਾਂ ਦੀਆਂ ਸੇਵਾਵਾਂ ਨੇ। ਮੈਂ ਅੱਜ NDTV, ਤੁਸੀਂ ਦੇਖਦੇ ਆਪਾਂ ਸਾਰੇ NDTV ਨੇ ਪਿਛਲੇ 2 ਸਾਲਾਂ 'ਚ ਜੋ ਆਪਾਂ ਕਾਰਜ ਕੀਤੇ ਇੱਥੇ, ਭਾਵੇਂ ਕੋਵਿਡ ਦੇ ਦੌਰਾਨ ਲੰਗਰਾਂ ਦੀ ਸੇਵਾ ਹੋਵੇ, ਜਿਸ ਦੀ ਪੂਰੀ ਦੁਨੀਆ ਦੇ ਅੰਦਰ ਉਪਮਾ ਤੇ ਵਡਿਆਈ ਹੋਈ, ਜਾਂ ਇਸੇ ਜਗ੍ਹਾ ਤੇ 400 ਬੈੱਡ ਦਾ ਹਸਪੀਟਲ ਬਣਾ ਕੇ 10 ਦਿਨ ਦੇ ਅੰਦਰ ਅੰਦਰ ਚਾਲੂ ਕਰਨਾ ਹੋਵੇ। ਔਰ ਸੰਗਤ ਜੀ, ਗੁਰੂ ਦਾ ਭਰੋਸਾ ਔਰ ਗੁਰੂ ਦਾ ਵਿਸ਼ਵਾਸ ਜਿਹਦਾ ਨਾ ਡੋਲਿਆ ਨਹੀਂ, ਉਹਦੇ ਗੁਰੂ ਆਪ ਸਹਾਈ ਹੋ ਕੇ ਕਾਰਜ ਚਲਾਉਂਦਾ ਏ। ਤੁਸੀਂ ਸੁਣ ਕੇ ਹੈਰਾਨ ਹੋ ਗਏ, ਅਸੀਂ ਮਹਾਮਾਰੀ ਦੌਰਾਨ ਵੀ ਇਹ ਗੁਰੂ ਦੀ ਕਿਰਪਾ ਦੇਖੋ ਤੁਸੀਂ,
ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਰਸ ਦੇਖੋ। ਇਸ ਮਹਾਮਾਰੀ ਦੌਰਾਨ ਜਦੋਂ ਡਾਕਟਰਾਂ ਨੂੰ ਵੀ ਆਪਣੀ ਜਾਨਾਂ ਬਚਾਉਣ ਦੇ ਖਤਰੇ ਪੈ ਗਏ ਸੀ, 400 ਮਰੀਜ਼ਾਂ ਦੇ ਹਸਪਤਾਲ ਦੇ ਅੰਦਰ, ਇੱਥੇ ਜਿੱਥੇ ਤੁਸੀਂ ਬੈਠੇ ਜੇ, ਇਤਨੀ ਇੱਥੇ ਗੁਰੂ ਸਾਹਿਬ ਦਾ ਤਰਸ ਹੋਇਆ, ਐਡੀ ਕਿਰਪਾ ਹੋਈ, ਇੱਕ ਵੀ ਜੀ ਨੂੰ ਆਪਣੀ ਜਾਨ ਨਾ ਗਵਾਉਣੀ ਪਈ। ਜਿਹੜਾ ਆਇਆ 90 ਸਾਲ ਦੀ ਵੀ ਔਰਤ ਔਰ ਬੱਚੇ ਵੀ ਤੰਦਰੁਸਤ ਹੋ ਕੇ ਵਾਪਸ ਗਏ। ਇਹ ਮੇਰੇ ਮਾਲਕ ਦੀ ਕਿਰਪਾ ਤੇ ਵਡਿਆਈ ਆ, ਇਹ ਮੇਰੇ ਮਾਲਕ ਦਾ ਤਰਸ ਆ, ਜੇ ਕੋਈ ਸਮਝੇ ਤੇ। ਉਸ ਵੇਲੇ NDTV ਦੇ ਪਰਨਰ ਰੋਏ, ਜਿਹੜੇ ਕਿ ਵਰਲਡ ਦੇ ਅੰਦਰ ਬੜੇ ਰਿਨੋਨਡ, ਬੜੇ ਸਤਿਕਾਰਿਤ ਮੰਨੇ ਜਾਂਦੇ, ਬਾਕੀ ਤੇ ਸਰਕਾਰਾਂ ਦੀ ਚਾਹਪਲੂਸੀ ਕਰਦੇ ਚੈਨਲ ਨੇ, ਪਰ ਇਹ ਇੱਕ ਵਾਹਦ ਚੈਨਲ ਆ ਜਿਹੜਾ ਸਚਾਈ ਨਾਲ ਖਲੋਂਦਾ, ਜਿਹਨੇ ਸਾਡੀ ਹਮੇਸ਼ਾ ਗੱਲ ਕੀਤੀ ਆ, ਭਾਵੇਂ ਰਵੀਸ਼ ਕੁਮਾਰ ਹੋਣ ਜਾਂ NDTV ਦੇ ਪਰਨਰ ਰੋਏ ਹੋਣ। ਮੈਂ ਅੱਜ ਉਹਨਾਂ ਦੀ ਐਬਸੈਂਸ ਅੰਦਰ ਉਹਨਾਂ ਨੂੰ ਵਧਾਈ ਦਿੰਦਾ ਹੈ ਤੇ ਉਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਬੁਲਾ ਕੇ ਤੇ ਹਰ ਕੋਈ ਗੱਲ 'ਚ ਸਰੋਪੇ ਪਾ ਦਿੰਦਾ ਹੈ, ਪਰ ਉਹਨਾਂ ਦੀ ਪਿੱਠ ਪਿੱਛੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਤੁਹਾਡੀਆਂ ਸੇਵਾਵਾਂ ਅਣਥੱਕ ਨੇ। ਇਸੇ ਤਰ੍ਹਾਂ ਹੀ ਮੈਂ PTC ਦੇ ਰਵਿੰਦਰ ਨਾਰਾਇਣ, ਜਿਹੜੇ ਨਿਰੰਤਰ ਸਾਡੇ ਪ੍ਰੋਗਰਾਮਾਂ ਨੂੰ ਲਾਈਵ ਚਲਾਉਂਦੇ ਨੇ, ਹਰ ਵੇਲੇ ਸਾਡੀ ਸਿੱਖਾਂ ਦੀ ਗੱਲ ਨੂੰ ਦੁਨੀਆ ਤੱਕ ਪਹੁੰਚਾਉਂਦੇ ਨੇ, ਵਰਲਡ 'ਚ, ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਹਰ ਜਗ੍ਹਾ TV ਚੈਨਲ ਅੰਦਰ ਮੈਂ ਰਵਿੰਦਰ ਨਾਰਾਇਣ ਜੀ ਦਾ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਸ਼ੁਕਰਗੁਜ਼ਾਰ ਹਾਂ। ਇਸੇ ਤਰ੍ਹਾਂ ਟਾਈਮ TV ਦੇ ਸਾਡੇ CEO ਦਰਦੀ ਸਾਹਿਬ, ਹਮੇਸ਼ਾ ਹੀ ਕੌਮ ਦੇ ਪ੍ਰਤੀ ਤੁਸੀਂ ਉਹਨਾਂ ਦੀ ਵਫਾਵਾਂ ਦੇਖੀਆਂ, ਮੈਂ ਉਹਨਾਂ ਦਾ ਵੀ ਅੱਜ ਦੀ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਹਾਂ। ਸਰਦਾਰ ਰਜਿੰਦਰ ਸਿੰਘ ਚੱਢਾ ਜੀ, ਰਾਜੂ ਚੱਢਾ ਜੀ, ਜਿਨ੍ਹਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ, ਅੱਜ ਉਹਨਾਂ ਦੀ ਐਬਸੈਂਸ ਅੰਦਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਔਰ ਇਸੇ ਤਰ੍ਹਾਂ ਸਰਦਾਰ ਵਿਕਰਮਜੀਤ ਸਿੰਘ ਸਾਨੀ ਜੀ, ਸਰਦਾਰ ਵਿਕਰਮਜੀਤ ਸਿੰਘ ਸਾਨੀ ਜੀ, ਜਦੋਂ ਵੀ ਕਿਤੇ ਪੰਥ ਨੂੰ ਲੋੜ ਪਈ ਆ, ਇੱਕ ਫੋਨ ਕਰੀਦਾ ਹੈ। ਜੇ ਅਫਗਾਨਿਸਤਾਨ 'ਚ ਜਹਾਜ਼ ਵੀ ਭੇਜਣੇ ਪਏ, ਸੰਗਤ ਜੀ ਗੱਲ ਧਿਆਨ ਨਾਲ ਸੁਣਿਓ ਜੀ, ਕਹਿਣਾ ਸੌਖਾ ਹੁੰਦਾ ਹੈ। ਫੋਨ ਕੀਤਾ, ਸਾਨੀ ਸਾਹਿਬ ਅਫਗਾਨਿਸਤਾਨ ਦੀ ਸੰਗਤ ਲੈ ਕੇ ਆਉਣੀ ਆ, 3 ਜਹਾਜ਼ ਚਾਹੀਦੇ। ਜਹਾਜ਼ ਬੱਸ ਦੀ ਟਿਕਟ ਦੇਣ ਲੱਗਿਆ ਲੋਕੀ ਨਾਮ ਲਿਖਾ ਲੈਂਦੇ ਨੇ, ਬੱਸ ਦੀ ਟਿਕਟ ਦੇਣ ਲੱਗਿਆ 3 ਜਹਾਜ਼ ਭੇਜੇ, 3 ਜਹਾਜ਼ ਭੇਜੇ ਇੱਕ ਫੋਨ ਉੱਤੇ। ਸੋ ਐਸੀਆਂ ਪਵਿੱਤਰ ਰੂਹਾਂ ਨੂੰ ਗੁਰੂ ਸਾਹਿਬ ਹੋਰ ਬਲ ਬਖਸ਼ਣ ਕਿ ਉਹ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ, ਪੰਥ ਦੀ ਸੇਵਾ ਕਰ ਸਕਣ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਅੱਜ ਸਾਡੇ ਵਿੱਚ ਰਾਜੀਵ ਜੁਨੇਜਾ ਜੀ, ਰਾਜੀਵ ਜੁਨੇਜਾ ਜੀ ਮੈਨਕਾਈਂਡ ਦੇ ਕੰਪਨੀ ਦੇ CEO ਨੇ। ਉਹਨਾਂ ਨੂੰ ਵੀ ਜਦੋਂ ਅਸੀਂ ਫੋਨ ਕਰਕੇ ਕਿਹਾ, ਭਾਵੇਂ ਇੱਥੇ CT ਸਕੈਨ ਇੱਥੇ ਲਗਾਉਣਾ ਹੋਵੇ ਜਾਂ ਗੁਰਦੁਆਰਾ ਸਾਹਿਬ ਜਾਂ ਬਾਲਾ ਸਾਹਿਬ ਹਸਪੀਟਲ ਦੇ ਅੰਦਰ ਉਹਨਾਂ ਤੋਂ ਸੇਵਾ ਲੈਣੀ ਹੋਵੇ, ਜਦੋਂ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਵੀ ਆਪਣੀਆਂ ਵੱਡੀਆਂ ਸੇਵਾਵਾਂ ਪਾਈਆਂ ਉਹਨਾਂ ਦੀ ਐਬਸੈਂਸ ਅੰਦਰ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਸੰਗਤ ਜੀ, ਮੈਂ ਤੁਹਾਨੂੰ ਇੱਕ ਹੋਰ ਰੂਹ ਦੇ ਬਾਰੇ ਦੱਸਣਾ ਚਾਹੁੰਦਾ। ਇਸੇ ਤਰ੍ਹਾਂ ਇੱਕ ਬਹੁਤ ਵੱਡਾ ਚੈਨਲ ਤੁਸੀਂ ਸੋਨੀ TV ਦੇਖਦੇ ਜੇ। ਇੱਕ ਦਿਨ ਸ਼ਾਮ ਨੂੰ ਮੈਂ ਸੋਨੀ TV ਦੇ ਮਾਲਕ ਨੂੰ ਫੋਨ ਕੀਤਾ, ਸਰਦਾਰ NP ਸਿੰਘ ਜੀ ਨੂੰ। ਮੈਂ ਕਿਹਾ, ਸਰਦਾਰ ਸਾਹਿਬ ਐਡੀ ਵੱਡੀ ਵਿਪਤਾ ਬਣੀ ਪਈ ਆ, ਦਿੱਲੀ 'ਚ ਅਸੀਂ ਹਸਪੀਟਲ ਬਣਾ ਰਹੇ ਹਾਂ, ਤੁਹਾਡੀਆਂ ਸੇਵਾਵਾਂ ਦੀ ਵੀ ਲੋੜ ਆ। ਮੈਨੂੰ ਕਹਿੰਦੇ ਜੀ ਜੋ ਮੇਰੇ ਜੁੰਮੇ ਲਾਓਗੇ ਉਹ 1 ਘੰਟੇ 'ਚ ਪਹੁੰਚ ਜਾਊਗਾ। ਮੈਂ ਕਿਹਾ ਜੀ ਇੱਕ CT ਸਕੈਨ ਚਾਹੀਦਾ ਹੈ, CT ਸਕੈਨ 1.25 ਕਰੋੜ ਰੁਪਏ ਦਾ ਹੈ। ਮੈਂ ਕਿਹਾ ਇੱਕ CT ਸਕੈਨ ਤੁਹਾਡੇ ਜੁੰਮੇ ਆ। ਕਹਿੰਦੇ ਜੀ ਲਿਖ ਦਿਓ, ਦੱਸੋ ਕਿੱਥੋਂ ਭੇਜਣਾ ਹੈ, ਕੰਪਨੀ ਦਾ ਨਾਮ ਭੇਜੋ ਤੇ ਜਿੱਦਣ ਕਹੋਗੇ ਉਸੇ ਦਿਨ ਪਹੁੰਚ ਜਾਊਗਾ। ਮੇਰੀ ਸੇਵਾ ਤੁਹਾਡੇ ਲਈ ਹਾਜ਼ਰ ਆ। ਉਹ ਐਸੀਆਂ ਨੇਕ ਰੂਹਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਓਨਾ ਹੀ ਥੋੜਾ ਹੈ। ਸਾਡੇ ਵਿੱਚ ਡਾਕਟਰ ਜਸਪਾਲ ਸਿੰਘ ਜੀ, ਜੋ ਕਿ ਸਾਬਕਾ ਵਾਈਸ ਚਾਂਸਲਰ ਵੀ ਨੇ, ਔਰ ਮੌਜੂਦਾ ਸਾਡੇ ਜਿਹੜਾ ਨੈਸ਼ਨਲ ਮਾਈਨੋਰਿਟੀ ਫॉर ਐਜੂਕੇਸ਼ਨ ਆ, ਉਹਦੇ ਸਤਿਕਾਰਯੋਗ ਮੈਂਬਰ ਨੇ, ਉਹ ਵੀ ਸਾਡੇ ਵਿੱਚ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਔਰ ਮੈਂ ਹੁਣ ਬੇਨਤੀ ਕਰੂੰਗਾ, ਜੋ ਕੁਝ ਰੂਹਾਂ ਸਾਡੇ ਵਿੱਚ ਅੱਜ ਆਈਆਂ ਨੇ, ਸਰਦਾਰ ਜਸਪ੍ਰੀਤ ਸਿੰਘ ਕਰਮਸਰ ਜੀ ਨੂੰ, ਕਿ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਹੈ। ਇੰਟਰਨੈਸ਼ਨਲ ਸਵਿਚ ਗੇਅਰ ਤੋਂ ਸਰਦਾਰ AS ਰੰਧਾਵਾ ਜੀ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਪੈਸੀਫਿਕ 에ਅਰ ਲੌਜਿਸਟਿਕਸ ਤੋਂ ਵਿਕਰਮਜੀਤ ਸਿੰਘ ਆਲੂਵਾਲੀਆ ਜੀ। ਮੈਂ ਸੰਗਤ ਨੂੰ ਇਹ ਦੱਸ ਦੇਵਾਂ, ਸੰਗਤ ਜੀ, ਇਹ ਉਹ ਰੂਹਾਂ ਨੇ ਜਿਨ੍ਹਾਂ ਨੇ ਬਾਲਾ ਸਾਹਿਬ ਹਸਪੀਟਲ ਅੰਦਰ ਔਰ ਕੋਵਿਡ ਦੇ ਹਸਪੀਟਲ ਅੰਦਰ ਆਪਣਾ ਬਹੁਤ ਵੱਡਾ ਯੋਗਦਾਨ ਪਾ ਕੇ ਉਹਨਾਂ ਮਰੀਜ਼ਾਂ ਦੇ ਇਲਾਜ ਵਾਸਤੇ ਆਪਣਾ ਯੋਗਦਾਨ ਪਾਇਆ ਹੈ। ਸੋ ਅਸੀਂ ਸਮਝਿਆ ਕਿ ਅੱਜ ਇਹਨਾਂ ਲੋਕਾਂ ਨੂੰ ਜ਼ਰੂਰ ਗੁਰੂ ਦੇ ਆਸ਼ੀਰਵਾਦ ਲੈਣ ਔਰ ਅਸੀਂ ਇੱਥੇ ਸਨਮਾਨਿਤ ਕਰੀਏ, ਤਾਂ ਕਿ ਜੋ ਮਾਨਵਤਾ ਦੀ ਸੇਵਾ ਕਰ ਰਹੇ ਨੇ, ਗੁਰੂ ਸਾਹਿਬ ਇਹਨਾਂ ਤੇ ਹੋਰ ਕਿਰਪਾ ਬਣਾਉਣ। ਸੋ ਇਸੇ ਤਰੀਕੇ ਸਰਦਾਰ ਸੁਖਵਿੰਦਰ ਸਿੰਘ ਜੀ, ਸਰਦਾਰ ਈਸ਼ਵਰ ਸਿੰਘ ਜੀ, ਸ਼੍ਰੀ ਈਸ਼ਵਰ ਸਿੰਘ ਜੀ, ਪ੍ਰਭਜੋਤ ਸਿੰਘ ਜੀ, ਸਰਦਾਰ ਵਿਕਰਮਦਿੱਤਿਆ ਜੀ, ਇਹ ਸਾਰੇ ਇੱਥੇ ਪਹੁੰਚੇ ਨੇ ਤੇ ਅਸੀਂ ਇਹਨਾਂ ਨੂੰ ਇਹਨੇ ਮੰਚ ਤੇ ਸਨਮਾਨਿਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ, ਸਰਦਾਰ ਤਲੋਚਨ ਸਿੰਘ ਜੀ ਅਗਰ ਇੱਥੇ ਹੋਣ, ਹੈਗੇ ਨੇ, ਸੋ ਮੈਂ ਬੇਨਤੀ ਕਰਦਾ ਹਾਂ ਸਰਦਾਰ ਹਰਮੀਤ ਸਿੰਘ ਜੀ, ਸਾਡੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ, ਔਰ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਆਪ ਹੀ ਨਾਲ ਆਓ ਔਰ ਅਸੀਂ ਸਭ ਤੋਂ ਪਹਿਲਾਂ ਸਰਦਾਰ ਤਲੋਚਨ ਸਿੰਘ ਜੀ ਨੂੰ ਇੱਥੇ ਸਨਮਾਨਿਤ ਕਰਨਾ ਚਾਹੁੰਦੇ। ਸਰਦਾਰ ਤਲੋਚਨ ਸਿੰਘ ਜੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਣ। ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਉਹਨਾਂ ਦਾ ਸਨਮਾਨ ਕਰਨਗੇ। ਬਹੁਤ ਹੀ ਸਤਿਕਾਰਯੋਗ ਸਰਦਾਰ ਤਲੋਚਨ ਸਿੰਘ ਜੀ, ਰਾਜ ਸਭਾ ਮੈਂਬਰ ਸਾਬਕਾ।
ਤਰਲੋਚਨ ਅੰਕਲ ਬੁਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਸਾਰੀਆਂ ਸ਼ਖਸੀਅਤਾਂ ਦਾ ਸਨਮਾਨਿਤ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੋਵਿਡ ਦੇ ਸਮੇਂ ਦੇ ਵਿੱਚ ਸੇਵਾਵਾਂ ਦਿੱਤੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਦਿੱਲੀ ਦੀ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ, ਕਿਉਂਕਿ ਕਈ ਪੋਲੀਟੀਕਲ ਲੜਾਈਆਂ ਲੜਦੇ ਹੋਏ ਸਾਡੀਆਂ ਭਾਵੇਂ ਕਿਸੇ ਨਾਲ ਅਲੱਗ ਗੁੱਟਬਾਜ਼ੀਆਂ ਹੋਣ, ਮਗਰ ਜਿਹੜੀਆਂ ਸੇਵਾਵਾਂ ਜਿਸ ਤਰੀਕੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੇਵਾ ਕੀਤੀ ਆ, ਉਸ ਕੋਵਿਡ ਦੇ ਸਮੇਂ ਦੇ ਵਿੱਚ ਦਿੱਲੀ ਸਰਕਾਰ ਦਾ ਵੀ ਬਹੁਤ ਸਹਿਯੋਗ ਰਿਹਾ ਹੈ ਕੋਵਿਡ ਦਾ ਸੈਂਟਰ ਇੱਥੇ ਬਣਾਉਣ ਦੇ ਵਿੱਚ। ਔਰ ਉਹਨਾਂ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਅੱਜ ਸਵੇਰੇ ਹੋ ਕੇ ਇੱਥੋਂ ਗਏ ਆ, ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ। ਸੋ ਮੈਂ ਅੱਜ ਸਟੇਜ ਤੋਂ ਉਹਨਾਂ ਦਾ ਵੀ, ਸਮੁੱਚੇ ਸਤਿੰਦਰ ਜੈਨ ਜੀ ਜਿਹੜੇ ਹੈਲਥ ਮਿਨਿਸਟਰ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਤੁਹਾਡੇ ਮਾਧਿਅਮ ਤੋਂ, ਮੀਡੀਆ ਦੇ ਮਾਧਿਅਮ ਤੋਂ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਤਰਲੋਚਨ ਸਿੰਘ ਜੀ ਪਦਮ ਵਿਭੂਸ਼ਣ, ਉਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦੇਣਗੇ ਔਰ ਆਪਣੇ ਐਕਸਪੀਰੀਅੰਸ ਦੇ ਨਾਲ ਸਾਨੂੰ ਅੱਜ ਅੱਗੇ ਦਾ ਮਾਰਗਦਰਸ਼ਨ ਵੀ ਦੇਣਗੇ। ਸਰਦਾਰ ਤਰਲੋਚਨ ਸਿੰਘ ਜੀ। ਇੱਕ ਸਨਮਾਨ ਜਗਜੀਤ ਸਿੰਘ ਜੀ ਦਰਦੀ ਚੜ੍ਹਦੀ ਕਲਾ ਚੈਨਲ ਵਾਲਿਆਂ ਨੂੰ ਵੀ ਦਿੱਤਾ ਜਾਵੇਗਾ। ਜਗਜੀਤ ਸਿੰਘ ਜੀ ਦਰਦੀ, ਉਹਨਾਂ ਦੇ ਬਿਹਾਫ ਤੇ ਅੰਮ੍ਰਿਤਪਾਲ ਸਿੰਘ ਜੀ ਦਰਦੀ ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ। ਮੈਂ ਸਰਦਾਰ ਤਰਲੋਚਨ ਸਿੰਘ ਜੀ ਨੂੰ ਬੇਨਤੀ ਕਰਾਂਗੇ ਚੰਦ ਮਿੰਟਾਂ ਵਾਸਤੇ ਆਪ ਸਭ ਸੰਗਤਾਂ ਦੇ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਸਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਇਸ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਇਕੱਠੇ ਆ। ਗੁਰੂ ਮਹਾਰਾਜ ਦੀ ਸਾਡੇ ਸਾਰਿਆਂ ਤੇ ਬਖਸ਼ਿਸ਼ ਹੋਵੇ। ਸਾਰਾ ਵਿਸ਼ਵ ਜਿਸ ਬਿਮਾਰੀ ਨਾਲ ਜੂਝ ਰਿਹਾ, ਉੱਥੇ ਗੁਰੂ ਨਾਨਕ ਸਾਹਿਬ ਦਾ ਜਾਪ ਕਰਕੇ ਹਰ ਇੱਕ ਨੂੰ ਸ਼ਾਂਤੀ ਮਿਲੇ, ਇਹ ਹੀ ਅਸੀਂ ਰੋਜ਼ ਅਰਦਾਸ ਕਰਦੇ ਹਾਂ। ਤੇ ਅੱਜ ਫਿਰ ਜਦੋਂ ਕਿੱਥੇ ਵੀ ਇਕੱਠੇ ਹੋਈਏ, ਸਾਰੀ ਮਾਨਵਤਾ ਤੇ ਸਾਰਿਆਂ ਲਈ ਅਰਦਾਸ ਹੁੰਦੀ ਹੈ। ਅੱਜ ਟਾਈਮਸ ਆਫ ਇੰਡੀਆ ਹਿੰਦੁਸਤਾਨ ਦਾ ਅੰਗਰੇਜ਼ੀ ਦਾ ਸਭ ਤੋਂ ਵੱਡਾ ਅਖਬਾਰ ਹੈ। ਅੱਜ ਅਖਬਾਰ ਦਾ ਐਡੀਟੋਰੀਅਲ ਹੁੰਦਾ ਜਿਹੜਾ ਐਡੀਟਰ ਆਪ ਲਿਖਦਾ। ਅੱਜ ਉਹਦਾ ਇੱਕ ਐਡੀਟਰ ਨੇ ਲਿਖਿਆ ਧੰਨ ਸਿੱਖ। ਮੈਂ ਤਾਂ ਪੜ੍ਹ ਕੇ ਹੈਰਾਨ ਹੋ ਗਿਆ ਕਿ ਪਤਾ ਨਹੀਂ ਕੋਈ ਕੀ ਗੱਲ ਹੋ ਗਈ। ਤਾਂ ਅੱਜ ਉਹਨੇ ਇਹ ਲਿਖਿਆ ਕਿ ਬੜੇ ਚਿਰ ਤੋਂ ਸਾਰਾ ਦੇਸ਼ ਨਹੀਂ ਦੁਨੀਆ ਦੇਖ ਰਹੀ ਹੈ ਕਿ ਕਿਧਰੇ ਲੋੜ ਪਈ ਹੈ ਇੰਡੀਆ ਨੂੰ ਤਾਂ ਸਭ ਤੋਂ ਅੱਗੇ ਸਿੱਖ ਆਉਂਦੇ। ਉਹਨੇ ਜੋ ਦਿੱਲੀ ਗੁਰਦੁਆਰਾ ਕਮੇਟੀ ਨੇ ਸੇਵਾ ਕੀਤੀ ਹੈ, ਉਹਦਾ ਸਾਰਾ ਕੰਪਲੀਟ ਵਰਣਨ ਇਸ ਆਰਟੀਕਲ 'ਚ, ਕਿ ਕਿਵੇਂ ਪਹਿਲਾਂ ਲੰਗਰਾਂ ਦੀ ਸੇਵਾ, ਆਕਸੀਜਨ ਦੀ ਸੇਵਾ, ਹਸਪਤਾਲਾਂ ਦੀ ਸੇਵਾ, ਕਿ ਦਿਨ ਰਾਤ ਸੇਵਾ ਕਰਕੇ ਇਹਨਾਂ ਨੇ ਸਾਰੇ ਹਿੰਦੁਸਤਾਨ 'ਚ ਸਾਬਤ ਕੀਤਾ ਹੈ ਕਿ ਸੇਵਾ ਕੀ ਹੁੰਦੀ। ਸੇਵਾ ਜਿਹੜਾ ਵਰਡ ਹੈ ਹੁਣ ਉਹ ਅੰਗਰੇਜ਼ੀ 'ਚ ਅਡਾਪਟ ਹੋ ਗਿਆ। ਇਹ ਤੁਹਾਡੀ ਹਿੰਮਤ ਹੈ। ਤੇ ਮੈਂ ਸਰਸਾ ਜੀ ਨੂੰ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਨੇ ਸੇਵਾ ਉਦੋਂ ਲਫ਼ਜ਼ ਪ੍ਰਚਲਿਤ ਕੀਤਾ ਤੇ ਅੱਜ ਇੰਗਲਿਸ਼ ਡਿਕਸ਼ਨਰੀ 'ਚ ਆ ਗਿਆ। ਇਹ ਵੀ ਤੁਹਾਨੂੰ ਕ੍ਰੈਡਿਟ ਜਾਂਦਾ ਕਿ ਤੁਸੀਂ ਸੇਵਾ ਨੂੰ ਅੱਜ ਸਾਰੀ ਦੁਨੀਆ ਨੂੰ ਦੱਸਤਾ ਕਿ ਸੇਵਾ ਦਾ ਇੰਗਲਿਸ਼ ਵਿੱਚ ਉਹੀ ਮੈਨ ਹੈ ਜੋ ਪੰਜਾਬੀ 'ਚ ਹੈ। ਸੋ ਮੈਂ ਅੱਜ ਦੇ ਦਿਨ ਇੱਕ ਗੱਲ ਕਹਿ ਕੇ ਬਹਿਨਾ, ਕਿਉਂਕਿ ਟਾਈਮ ਬਹੁਤ ਹੋ ਗਿਆ। ਖਾਲਸਾ ਜੀ ਰੋਜ਼ ਪੜ੍ਹਦੇ ਆ, ਜਦ ਦੇ ਜੰਮੇ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ। ਇਹੀ ਕਹਿੰਦੇ ਹੋ ਨਾ। ਕਿਉਂ ਕਹਿੰਦੇ ਆ? ਕਿ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਸਾਹਿਬ ਤੋਂ ਸਾਡਾ ਕੋਈ ਮੁਕਾਬਲਾ ਨਹੀਂ। ਸਾਰੇ ਧਰਮਾਂ ਦੇ ਇਸ਼ਟ ਜਿੰਨੇ ਹਨ ਸਾਰੇ ਸਤਿਕਾਰਯੋਗ ਹਨ, ਪਰ ਗੁਰੂ ਨਾਨਕ ਦੀ ਵਡਿਆਈ ਕਦੇ ਕਦੇ ਪ੍ਰਗਟ ਹੁੰਦੀ ਹੈ। ਜਦੋਂ ਕਰਤਾਰਪੁਰ ਲਾਂਘਾ ਕਾਰੀਡੋਰ ਬਣਿਆ, ਮੈਂ ਇੱਕ ਲੇਖ ਲਿਖਿਆ ਕਿ ਅੱਜ ਤੱਕ ਬਰਲਿਨ ਵਾਲ ਜਦੋਂ ਜਰਮਨੀ ਵੰਡਿਆ ਗਿਆ ਤਾਂ ਬਰਲਿਨ ਸ਼ਹਿਰ ਦੇ 2 ਹਿੱਸੇ ਹੋ ਗਏ ਤੇ ਉਹਦੇ ਵਿਚਕਾਰ ਇੱਕ ਦੀਵਾਰ ਪੈ ਗਈ। ਇਹ ਹੋਇਆ 1946 'ਚ ਤੇ ਟੁੱਟੀ ਆ ਕੇ 1992 'ਚ। ਤੇ ਜਦੋਂ 92 'ਚ ਟੁੱਟੀ, ਕਹਿੰਦੇ ਜੀ ਦੁਨੀਆ ਦੀ ਸਭ ਤੋਂ ਵੱਡੀ ਖਬਰ ਅੱਜ ਹੈ ਕਿ ਇੱਕ ਦੀਵਾਰ ਜਿਹਨੇ ਜਰਮਨੀ 2 ਹਿੱਸਿਆਂ 'ਚ ਕਰ ਰੱਖਿਆ ਸੀ, ਅੱਜ ਉਹ ਟੁੱਟ ਕੇ ਉਹ, ਮੈਂ ਕਿਹਾ ਸੀ ਉਦੋਂ ਵੱਡੀ ਖਬਰ ਹੈ ਕਿ 2 ਲੜਦੇ ਮੁਲਕ ਜਿਨ੍ਹਾਂ ਦੇ ਡਿਪਲੋਮੈਟਿਕ ਰਿਲੇਸ਼ਨ ਵੀ ਖਤਮ, ਅੰਬੈਸਡਰ ਵੀ ਨਹੀਂ ਜਾਂਦੇ,
ਅੱਜ ਉਹ ਦੋ ਮੁਲਕ ਜੁੜੇ ਨੇ। ਕਿਉਂ ਜੁੜੇ ਨੇ? ਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਗਿਆ। ਸੋ ਦੁਨੀਆ ਦੇ ਇਦੋਂ ਵੱਡੀ ਖਬਰ ਕੋਈ ਨਹੀਂ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਫੈਸਲਾ ਲਿਆ ਕਿ ਮੈਂ ਕਰਤਾਰਪੁਰ ਦਾ ਲਾਂਘਾ ਮੈਂ ਬਣਾਵਾਂਗਾ। ਪਾਕਿਸਤਾਨ ਵੱਲੋਂ ਬਣਿਆ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ, ਪਰ ਏਡੀ ਵੱਡੀ ਇਹ ਦੁਨੀਆ ਨੂੰ ਮੈਸੇਜ ਗਿਆ ਕਿ ਗੁਰੂ ਨਾਨਕ ਸਾਹਿਬ ਦਾ ਨਾਂ ਕੀ ਹੈ। ਦੇਖੋ ਸਾਡੇ ਇਸ ਮੁਲਕ 'ਚ ਸਾਡੀ ਆਬਾਦੀ 2% ਹੈ, ਅਸੀਂ ਕੇਵਲ 2 ਕਰੋੜਾਂ 150 ਚੋਂ, ਲੇਕਿਨ ਕਿਉਂਕਿ ਅਸੀਂ ਗੁਰੂ ਨਾਨਕ ਨੂੰ ਮੰਨਣ ਵਾਲੇ ਹਾਂ ਤੇ ਸਾਡੀ ਕਦਰ ਪੈਂਦੀ ਹੈ। ਸਰਸਾ ਜੀ ਨੇ ਬੜਾ ਵਧੀਆ ਕਿਹਾ, ਕਾਲਕਾ ਜੀ ਨੇ ਹੁਣੇ, ਅੱਜ ਭਰਾਵੋ ਗੁਰੂ ਨਾਨਕ ਸਾਹਿਬ ਨੂੰ ਸ਼ਰਧਾਂਜਲੀ ਸਾਰੀ ਦੁਨੀਆ ਦੇ ਰਹੀ ਹੈ, ਲੇਕਿਨ ਜਿਹੜੀ ਸ਼ਰਧਾਂਜਲੀ ਅੱਜ ਮੋਦੀ ਜੀ ਨੇ ਦਿੱਤੀ ਹੈ, ਸਾਰੇ ਸਿੱਖ ਜਿੱਥੇ ਬੈਠੇ ਹੋ ਧੰਨ ਗੁਰੂ ਨਾਨਕ 2-3 ਵਾਰੀ ਕਹੋ ਕਿ ਧੰਨ ਗੁਰੂ ਨਾਨਕ ਤੂੰ ਵੱਡਾ ਹੈ, ਕਿ ਅੱਜ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਵੀ ਆਪਣੇ ਫੈਸਲੇ ਨੂੰ ਆਪ ਹੀ ਰੱਦ ਕਰ ਰਿਹਾ। ਦੇਖੋ ਉਹ ਇਸ ਔਰ ਕਹਿ ਰਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਇਹ ਸ਼ਰਧਾਂਜਲੀ ਦੇ ਰਿਹਾ। ਖਾਲਸਾ ਜੀ, ਇਦੋਂ ਵੱਡੀ ਗੁਰੂ ਨਾਨਕ ਦੀ ਵਡਿਆਈ ਸਾਬਤ ਨਹੀਂ ਹੋ ਸਕਦੀ ਕਿ ਅੱਜ ਦੇ ਦਿਨ ਜਿਹੜੀ 1 ਸਾਲ ਤੋਂ, ਜਿਵੇਂ ਇਹ ਮੈਂ ਹੁਣ ਇੱਥੇ ਜਾਣਾ ਨਹੀਂ ਚਾਹੁੰਦਾ ਕਿੰਨਾ ਤੁਸੀਂ ਲੋਕਾਂ ਨੇ ਮਦਦ ਕੀਤੀ, ਸਾਰੇ ਵਰਲਡ ਨੇ ਕੀਤੀ, ਪਰ ਅੱਜ ਮੋਦੀ ਜੀ ਨੇ ਜੋ ਐਲਾਨ ਕੀਤਾ ਉਹ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਕੀਤਾ। ਸੋ ਮੈਂ ਜਿੱਥੇ ਸਾਰੀ ਗੁਰਦੁਆਰਾ ਕਮੇਟੀ, ਸਰਸਾ ਜੀ, ਕਾਲਕਾ ਜੀ, ਸਾਰੀ ਟੀਮ ਮੈਂਬਰ ਬੈਠੇ ਨੇ, ਪਿਛਲੇ ਵੀ ਅਗਲੇ ਚੁਣੇ ਉਹ ਵੀ, ਕਿ ਸਾਰਿਆਂ ਦੀ ਸੇਵਾ ਗੁਰੂ ਕਬੂਲ ਕਰਦਾ ਹੈ। ਗੁਰੂ ਦੇ ਸਾਹਮਣੇ ਸਾਰਾ ਪ੍ਰਤੱਖ ਹੈ। ਅਸੀਂ ਆਪ ਅੱਖਾਂ ਮੀਚ ਲੈਂਦੇ ਹਾਂ, ਝੂਠ ਬੋਲਦੇ ਹਾਂ ਕਿ ਜੀ ਮੈਂ ਇਹ ਕੀਤਾ, ਮੈਂ ਇਹ ਕੀਤਾ, ਮੈਂ ਇਹ ਕੀਤਾ। ਗੁਰੂ ਸਭ ਜਾਣਦਾ, ਔਰ ਗੁਰੂ ਹੀ ਤੁਹਾਡੀਆਂ ਝੋਲੀਆਂ ਭਰਦਾ ਜੇ। ਇਹ ਗੱਲ ਭੁੱਲਿਓ ਕਿ ਇਹ ਗੱਲ ਨਹੀਂ ਕਿ ਕਿਸੇ ਨੂੰ ਪਤਾ ਨਹੀਂ। ਪਬਲਿਕ ਜਿਹੜੀ ਆ ਉਹ ਵੀ ਗੁਰੂ ਦੇ ਨਾਲ ਨਾਲ ਹੀ ਸੁਣਦੀ ਹੈ। ਤਾਂ ਗੁਰੂ ਤੁਹਾਨੂੰ ਸੇਵਾ ਦਾ ਮੌਕਾ ਦਿੰਦਾ, ਔਰ ਸੇਵਾ ਜਿਹੜੀ ਆ ਉਹ ਨਿਸ਼ਕਾਮ ਹੁੰਦੀ, ਔਰ ਉਹ ਸੇਵਾ ਦਾ ਹੀ ਫਲ ਤੁਹਾਨੂੰ ਵੀ ਮਿਲਦਾ, ਕੌਮ ਨੂੰ ਵੀ ਮਿਲਦਾ। ਤੁਹਾਡੀ ਕੀਤੀ ਸੇਵਾ ਅੱਜ ਮੈਂ ਕਹਿੰਦਾ ਟਾਈਮਸ ਆਫ ਇੰਡੀਆ ਵੀ ਗਿਣਦਾ। ਅੱਜ ਸਾਰੀ ਟੀਵੀ ਚੈਨਲ ਤੁਸੀਂ ਕਿਹਾ ਕਿਵੇਂ ਤੁਹਾਡੀਆਂ ਤਾਰੀਫਾਂ ਕਰਦੇ ਨੇ। ਤਾਂ ਵਾਹਿਗੁਰੂ ਕਰੇ ਸੇਵਾ ਕਰਦੇ ਰਹੋ। ਗਰੁੱਪਬਾਜ਼ੀਆਂ ਹੁੰਦੀਆਂ ਨੇ, ਸਭ ਕੁਝ ਹੁੰਦਾ, ਲੇਕਿਨ ਜਿਹੜਾ ਸੇਵਾ ਕਰਦਾ ਗੁਰੂ ਸੇਵਾ ਕਬੂਲ ਕਰਦਾ। ਉਹ ਕਰਦੇ ਰਹੋ ਬਿਨਾਂ ਝਗੜੇ ਤੋਂ, ਬਿਨਾਂ ਤੋਂ। ਮੇਰਾ ਤੁਸੀਂ ਸਨਮਾਨ ਕੀਤਾ, ਬਹੁਤ ਤੁਹਾਡਾ ਸ਼ੁਕਰੀਆ। ਗੁਰੂ ਮੈਨੂੰ ਹੋਰ ਹਿੰਮਤ ਦੇਵੇ ਕਿ ਮੈਂ ਜੋ ਸੇਵਾ ਕੌਮ ਦੀ ਕਰਾਂ ਹੋਰ ਕਰ ਸਕਾਂ। ਤੇ ਸਾਰੇ ਅੱਜ ਜਿੱਥੇ ਬੈਠੇ ਹੋ ਇਹ ਗੱਲ ਪੱਕੇ ਬਣ ਕੇ ਜਾਓ ਕਿ ਜੇ ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਗੁਰੂ ਪ੍ਰਤੱਖ ਹੈ, ਗੁਰੂ ਸਭ ਕੁਝ ਦਿੰਦਾ ਹੈ। ਅੱਜ ਗੁਰੂ ਨੇ ਜੋ ਇਹ ਖੁਸ਼ਖਬਰੀ ਦਿੱਤੀ, ਸੱਚਾ ਪਾਤਸ਼ਾਹ। ਮੈਂ ਇੱਕ ਗੱਲ ਹੋਰ ਕਹਿ ਦਿਆਂ, ਸਰਸਾ ਜੀ ਨੇ ਮੈਂ ਹੁਣ ਦੱਸਿਆ, 1 ਹਫ਼ਤਾ ਆਇਆ ਮੋਦੀ ਜੀ ਕੇਦਾਰਨਾਥ ਮੰਦਿਰ ਗਏ। ਜਿਹੜਾ ਹੇਮਕੁੰਡ ਸਾਹਿਬ ਹੈ ਨਾ, ਇਹ ਕੇਦਾਰਨਾਥ ਤੋਂ 3000 ਫੁੱਟ ਉੱਚਾ ਹੈ, 15000 ਫੁੱਟ। ਸਾਡਾ ਦੁਨੀਆ 'ਚ ਸਭ ਤੋਂ ਉੱਚਾ ਜਿਹੜਾ ਤੀਰਥ ਸਥਾਨ ਹੈ ਉਹ ਹੇਮਕੁੰਡ ਹੈ, 15000 ਫੁੱਟ। ਤੇ ਮੋਦੀ ਜੀ ਗਏ ਸੀ ਉੱਥੇ ਆਪਣਾ, ਕਿਉਂਕਿ ਕੇਦਾਰਨਾਥ ਮੰਦਿਰ ਉੱਥੇ ਬੜੇ ਚਿਰ ਤੋਂ ਇਹ ਮੰਗ ਸੀ ਕਿ ਕੇਦਾਰਨਾਥ ਲੋਕ ਪਹੁੰਚ ਨਹੀਂ ਸਕਦੇ, ਤੇ ਰੋਪਵੇ ਬਣਾਇਆ ਜਾਵੇ। ਸਮਝ ਗਏ ਨਾ ਰੋਪਵੇ ਕੀ ਹੁੰਦਾ, ਕਿ ਟਰਾਲੀਆਂ ਹੁੰਦੀਆਂ, ਟਰਾਲੀਆਂ 'ਚ ਬੈਠ। ਤਾਂ ਉੱਥੇ ਹੀ ਮੋਦੀ ਜੀ ਨੇ ਐਲਾਨ ਕਰਤਾ ਕੇਦਾਰਨਾਥ ਵੀ ਬਣੇਗਾ ਤੇ ਹੇਮਕੁੰਡ ਸਾਹਿਬ ਵੀ ਬਣੇਗਾ। 350 ਕਰੋੜ ਦਾ ਰੋਪਵੇ ਮੋਦੀ ਜੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਵੀ ਐਲਾਨ ਕਰ ਆਏ। ਸੋ ਹੁਣ ਹੇਮਕੁੰਡ ਸਾਹਿਬ ਜਾਣ ਲਈ 2 ਸਾਲ ਵਿੱਚ ਇਹ ਬਣ ਜਾਏਗਾ, ਤੇ ਦੁਨੀਆ ਕੋਈ ਵੀ ਹੇਮਕੁੰਡ ਸਾਹਿਬ ਜਾਏਗਾ ਤਾਂ ਉੱਥੋਂ ਗੋਬਿੰਦ ਘਾਟ ਤੋਂ ਟਰਾਲੀ 'ਚ ਬੈਠੇਗਾ ਤੇ ਉੱਪਰ ਪਹੁੰਚ ਜਾਏਗਾ। ਸੋ ਇਹ ਵੀ ਸੇਵਾ ਮੋਦੀ ਜੀ ਨੇ ਸਾਡੀ ਹੁਣ ਕੀਤੀ ਹੈ, ਉਹਦੇ ਲਈ ਵੀ ਅਸੀਂ ਸਾਰੇ ਧੰਨਵਾਦ ਕਰੀਏ। ਇੱਕ ਵਾਰੀ ਫਿਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ। ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰੇ, ਔਰ ਸਾਰੇ ਅਸੀਂ ਗੁਰੂ ਵਾਲੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਿਰਫ ਗੁਰੂਆਂ ਦਾ ਨਾਤਾ ਹੈ, ਹੋਰ ਕੋਈ ਨਾਤਾ ਨਹੀਂ। ਦਿੱਲੀ ਵਿੱਚ ਪੈਦਾ ਹੋਏ ਬੰਦੇ ਨੂੰ ਕਿਸਾਨੀ ਦੇ